ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਚਰਚਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਦੋ ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦਾ, ਇੱਕ ਜੋਕਾਂ ਦਾ। ਇਹ ਦੋ ਧੜੇ ਨੇ ਜੀ। ਲੋਕ ਤਾਂ ਸਾਨੂੰ ਪਤਾ ਕੌਣ ਹੁੰਦੇ ਨੇ, ਅਸੀਂ ਸਾਰੇ ਲੋਕ ਹਾਂ। ਤੇ ਜੋਕ ਕੌਣ ਹੁੰਦੇ ਨੇ, ਜੋਕਾਂ ਕੌਣ ਹੁੰਦੀਆਂ ਨੇ, ਜਿਹੜਾ ਸਾਡੀਆਂ ਚਿੰਬੜ ਕੇ ਸਾਨੂੰ ਸਾਡੀਆਂ ਰਗਾਂ ਵਿੱਚੋਂ ਲਹੂ ਪੀਂਦੀਆਂ ਨੇ। ਸੋ ਅਸੀਂ ਇਹ ਨਿਸ਼ਚਿਤ ਕਰਨਾ ਕਿ ਅਸੀਂ ਲੋਕਾਂ ਦੇ ਧੜੇ ਚਾਹੁੰਦੇ ਹਾਂ ਕਿ ਅਸੀਂ ਜੋਕਾਂ ਦੇ ਧੜੇ ਚਾਹੁੰਦੇ ਹਾਂ। ਜੇ ਅਸੀਂ ਲੋਕਾਂ ਦੇ ਧੜੇ ਚਾਹੁੰਦੇ ਹਾਂ ਤਾਂ ਉਹਦੇ ਵਰਗੀ ਕੋਈ ਰੀਸ ਨਹੀਂ, ਤੇ ਜੇ ਅਸੀਂ ਜੋਕਾਂ ਦੇ ਧੜੇ ਚਾਹੁੰਦੇ ਹਾਂ ਤਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਲੋਕਾਂ ਦੇ ਧੜੇ ਵਿੱਚ ਆ ਜਾਈਏ, ਕਿਉਂਕਿ ਜੋਕਾਂ ਦੇ ਧੜੇ ਵਿੱਚੋਂ ਸਾਨੂੰ ਕੱਖ ਨਹੀਂ ਲੱਭਣਾ। ਇਸ ਕਰਕੇ ਇੱਕ ਕੋਸ਼ਿਸ਼ ਕਰਨੀ ਚਾਹੀਦੀ ਹੈ ਚੰਗੇ ਬਣਨ ਦੀ, ਵਧੀਆ ਇਨਸਾਨ ਬਣਨ ਦੀ, ਲੋਕ ਬਣਨ ਦੀ, ਕਿਉਂਕਿ ਲੋਕਾਂ ਨਾਲ ਹੀ ਸਾਰੀ ਦੁਨੀਆ, ਸਾਰੇ ਬਿਜ਼ਨਸ ਦਾ ਆਧਾਰ, ਸਾਰੀ ਰਾਜਨੀਤੀ ਦਾ ਆਧਾਰ, ਸਾਰੇ ਦੇਸ਼ ਦਾ ਆਧਾਰ, ਸਾਰੀ ਦੁਨੀਆ ਦਾ ਆਧਾਰ ਲੋਕ ਨੇ, ਲੋਕ ਭਲਾਈ ਹੈ। ਸੋ ਅਸੀਂ ਗੱਲ ਕਰਾਂਗੇ ਅੱਜ ਜੋ ਪਹਿਲਵਾਨ ਬੈਠੇ ਹੋਏ ਨੇ ਕਾਫੀ ਸਮੇਂ ਤੋਂ ਜੰਤਰ ਮੰਤਰ ਦੇ ਵਿੱਚ ਆਪਣੀਆਂ ਮੰਗਾਂ ਲੈ ਕੇ। ਮੰਗਾਂ ਕੀ ਨੇ? ਇੱਜ਼ਤ। ਇੱਜ਼ਤ ਤੋਂ ਉੱਤੇ ਕੋਈ ਚੀਜ਼ ਨਹੀਂ। ਕਹਿੰਦੇ ਨੇ ਕਿ ਜੇ ਇੱਜ਼ਤ ਚਲੀ ਗਈ ਤਾਂ ਫਿਰ ਕੱਖ ਪੱਲੇ ਨਹੀਂ ਰਿਹਾ। ਧਨ ਦੌਲਤ ਤੇ ਆ ਜਾਂਦੀ ਆ, ਵੱਡੇ ਵੱਡੇ ਅਹੁਦੇ ਵੀ ਆ ਜਾਂਦੇ ਨੇ, ਪਰ ਇੱਜ਼ਤ, ਜੇ ਕਮਾਈ ਹੋਈ ਇੱਜ਼ਤ ਚਲੀ ਜਾਂਦੀ ਤੇ ਕੱਖ ਪੱਲੇ ਨਹੀਂ ਪੈਂਦਾ। ਉੱਥੇ ਕੁੜੀਆਂ ਨੇ ਇਹ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੀ ਇੱਜ਼ਤ ਦੇ ਉੱਤੇ ਹੱਥ ਪਾਉਣ ਦੀ ਕੋਸ਼ਿਸ਼, ਸੈਕਸ਼ੂਅਲ ਹੈਰਾਸਮੈਂਟ, ਔਰ ਜਿਹੜੇ ਸਪੋਰਟਸ ਦੀਆਂ ਅਥਾਰਟੀਜ਼ ਨੇ ਬੈਠੀਆਂ ਹੋਈਆਂ ਉਹਨਾਂ ਦੇ ਖਿਲਾਫ FIR ਵੀ ਦਰਜ ਹੋਈ ਹੈ, ਪਰ ਹਜੇ ਤੱਕ ਕੋਈ ਪੁਖਤਾ ਐਕਸ਼ਨ ਨਹੀਂ ਹੋਇਆ। ਇਸ ਕਰਕੇ ਇਹ ਅੰਦੋਲਨ ਜ਼ੋਰ ਫੜਦਾ ਜਾ ਰਿਹਾ ਹੈ। ਬਹੁਤ ਵੱਡੀਆਂ ਹਸਤੀਆਂ ਵੀ ਨਾਲ ਜੁੜੀਆਂ ਨੇ, ਉਹਨਾਂ ਦੀ ਵੀ ਸਪੋਰਟ ਹਾਸਿਲ ਹੈ। ਸੋ ਇਹ तमाम ਗੱਲਾਂ ਕੀ ਬਣਦੀਆਂ ਨੇ ਉਸ ਬਾਰੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਡਾਕਟਰ ਪਿਆਰੇਲਾਲ ਗਰਗ ਜੀ, ਜੋ ਅੱਜ ਇਸ ਮਾਮਲੇ ਨੂੰ ਪੋਲੀਟੀਕਲੀ ਐਨਾਲਾਈਜ਼ ਕਰਨਗੇ ਤੇ ਸੋਸ਼ਲੀ ਵੀ ਸਾਨੂੰ ਦੱਸਣਗੇ ਕਿ ਇਹਦਾ ਕੀ ਅਸਰ ਪੈ ਰਿਹਾ ਹੈ। ਵੈਲਕਮ ਟੂ ਪੰਜਾਬ ਚਰਚਾ ਗਰਗ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ ਖੰਨਾ ਸਾਹਿਬ। ਸੋ ਇਹ ਸਾਰਾ ਸੀਨ ਬਣਿਆ ਹੋਇਆ ਹੈ ਔਰ ਕਿਹਾ ਜਾਂਦਾ ਕਿ ਰਾਜਨੀਤੀ ਨਾ ਖੇਡੋ, ਪਰ ਕੁੜੀਆਂ ਕਹਿੰਦੀਆਂ ਨੇ ਕਿ ਅਸੀਂ ਇਸ ਸਮਾਜ ਦੇ ਵਿੱਚ, ਸਾਡੇ ਭਾਰਤ ਦਾ ਸਮਾਜ ਕਿਹੋ ਜਿਹਾ ਹੈ, ਔਰਤ ਦੇ ਪ੍ਰਤੀ ਅਜੇ ਵੀ ਕਿੱਦਾਂ ਦੀ ਨਜ਼ਰ ਰੱਖਦਾ ਹੈ, ਔਰ ਫਿਰ ਵੀ ਅਸੀਂ ਹਿੰਮਤ ਕਰਕੇ ਕਹਿ ਰਹੀਆਂ ਕਿ ਸਾਡੀ ਇੱਜ਼ਤ ਦੀ ਗੱਲ ਹੋ ਰਹੀ ਹੈ। ਔਰ ਕੋਈ ਵੀ ਕੁੜੀ ਜਾਂ ਕੋਈ ਵੀ ਔਰਤ ਇਸ ਤਰ੍ਹਾਂ ਗੱਲ ਨਹੀਂ ਕਰੇਗੀ ਕਿ ਮੇਰੀ ਇੱਜ਼ਤ ਉੱਤੇ ਗੱਲ ਹੋ ਰਹੀ ਹੈ, ਕਿਉਂਕਿ ਇਹਦੇ 'ਚ ਉਹਦੀ ਆਪਣੀ ਵੀ ਬਦਨਾਮੀ ਹੈ, ਪਰ ਫਿਰ ਵੀ ਉਹ ਜੇਰਾ ਕਰਦੀ ਹੈ, ਤਾਂ ਫਿਰ ਇਹਦੇ ਮਤਲਬ ਇਹ ਹੈ ਕਿ ਇਹਦੇ ਵਿੱਚ ਕੋਈ ਨਾ ਕੋਈ ਸੱਚਾਈ ਤੇ ਹੋਏਗੀ। ਗਰਗ ਸਾਹਿਬ ਬਿਲਕੁਲ ਠੀਕ ਕਿਹਾ ਖੰਨਾ ਜੀ ਤੁਸੀਂ। ਜਦ ਪਾਣੀ ਕਹਿੰਦੇ ਸਿਰ ਤੋਂ ਲੰਘ ਜਾਂਦਾ ਹੈ ਤੇ ਫਿਰ ਤਾਂ ਕੁਝ ਕਰਨਾ ਹੀ ਪੈਂਦਾ ਹੈ। ਗੁਰੂ ਸਾਹਿਬ ਨੇ ਕਿਹਾ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇ ਧੱਕ ਚ ਖਾਏ। ਇਹਨਾਂ ਕੁੜੀਆਂ ਦੀ ਇਹ ਜਿਹੜਾ ਕੁਸ਼ਤੀ ਸੰਘ ਦਾ ਮੁਖੀ ਹੈ, ਇਹਨੇ ਇਹਨਾਂ ਦੀ ਅਸਮਤ ਲੁੱਟਣ ਦੀ ਕੋਸ਼ਿਸ਼ ਕਰੀ ਹੈ। ਉਹਦੇ ਵਿੱਚ ਬਹੁਤ ਵਾਰੀ, ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਵੀ ਔਰਤ ਜਿਹੜੀ ਹੈ, ਲੜਕੀ ਜਿਹੜੀ ਹੈ, ਉਹ ਕਹਿੰਦੇ ਬੇਸ਼ਰਮ ਹੁੰਦੀ ਮੈਂ ਅੰਦਰ ਵੜ ਗਈ, ਨਕਟਾ ਕਹਿੰਦਾ ਮੈਤੋਂ ਡਰ ਗਈ ਜੀ। ਉਹ ਚੁੱਪ ਕਰਦੀਆਂ ਨੇ ਤਾਂ ਜਿਹੜਾ ਸਾਡਾ ਮਰਦ ਪ੍ਰਧਾਨ ਸਮਾਜ ਹੈ ਉਹ ਸੋਚਦਾ ਵੀ ਇਹ ਸਾਡੇ ਤੋਂ ਡਰਦੇ ਨੇ, ਇਹ ਡਰਦੀਆਂ ਨੇ। ਬਿਲਕੁਲ। ਤੇ ਇਸੇ ਤਰ੍ਹਾਂ ਹੀ ਇਹ ਬ੍ਰਿਜ ਭੂਸ਼ਣ ਨੇ ਜਿਹੜਾ ਸੋਚਿਆ, ਇਹਨੇ ਸੋਚਿਆ ਵੀ ਇਹਨੂੰ ਤਾਂ ਮੈਂ ਜੋ ਮਰਜ਼ੀ ਮੈਂ ਜਰਗਮਾਲ ਬਣਾ ਸਕਦਾ। ਇਹ ਇਹਦੀ ਜਿਹੜੀ ਘਟੀਆ ਸੋਚ ਹੈ, ਲਾਉਂਦਾ ਵੱਡਾ ਤਿਲਕ ਹੈ, ਆਪਦੇ ਆਪ ਨੂੰ ਐਂ ਦਿਖਾਉਂਦਾ ਵੀ ਮੈਂ ਬੜਾ ਧਰਮਾਤਮਾ ਹੈਗਾ। ਇਹ ਬਾਹੂਬਲੀ, ਕਿ ਇਹ ਬਾਹੂਬਲੀ ਨੇ ਜੋ ਕੁਝ ਕਰਿਆ ਉਹਨਾਂ ਦੇ ਨਾਲ ਉਹ ਆਪ ਹੀ ਮੰਨਿਆ, ਤਸਲੀਮ ਕਰਿਆ। ਇੱਕ ਇੰਟਰਵਿਊ ਦੇ ਰਿਹਾ ਸੀ ਇਹ ਵਿੱਚੋਂ, ਹਾਲਾਂਕਿ ਇਹਨੇ ਇੰਟਰਵਿਊ ਲੈਣ ਵਾਲੇ ਭਜਾ ਤੇ, ਫਿਰ ਜਦ ਇਹਨੂੰ ਲੱਗਿਆ ਵੀ ਮੈਂ ਤਾਂ ਫਸ ਰਿਹਾ, ਇਹਨੇ ਆਪ ਹੀ ਕਿਹਾ ਕਿ ਹਾਂ ਲੜਕੀਆਂ ਮੇਰੇ ਕੋਲ ਆਈ, ਮੈਂ ਉਹਨੂੰ ਮੈਡਲ ਪਹਿਨਾਇਆ, ਮੈਂ ਉਹਨੂੰ ਰਿੰਗਨ ਚ ਲਿਆ, ਤੇ ਉਹ ਅਸਹਿਜ ਮਹਿਸੂਸ ਕਰ ਰਹੀ ਸੀ। ਹੁਣ ਜੇ ਇੱਕ ਲੜਕੀ ਅਸਹਿਜ ਮਹਿਸੂਸ ਕਰ ਰਹੀ ਹੈ ਤਾਂ ਇਹਦਾ ਮਤਲਬ ਉਹਦੀ ਨਜ਼ਰ ਬੁਰੀ ਸੀ ਇਹ ਬ੍ਰਿਜ ਭੂਸ਼ਣ ਦੀ, ਇਹ ਬਦਮਾਸ਼ੀ ਕਰ ਰਿਹਾ ਸੀ। ਨਹੀਂ ਤਾਂ ਜੇ ਅਸੀਂ ਆਪਣੀ ਬੇਟੀ ਨੂੰ, ਆਪਣੀ ਭੈਣ ਨੂੰ, ਆਪਣੀ ਮਾਂ ਨੂੰ ਲਿੰਗਨ ਚ ਲੈਂਦੇ ਹਾਂ ਜਾਂ ਉਹ ਸਾਨੂੰ ਲਿੰਗਨ ਚ ਲੈਂਦੇ ਨੇ, ਕਦੀ ਕੋਈ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਨਹੀਂ ਹੋਏਗਾ। ਸੋ ਇਹ ਜਿਹੜਾ ਮਹਿਸੂਸ ਹੋਣਾ ਹੈ ਕਿ ਆਪ ਹੀ ਉਹ ਮੰਨਦਾ ਕਿ ਉਹ ਅਸਹਿਜ ਮਹਿਸੂਸ ਕਰਦੀ ਸੀ, ਇਹਦਾ ਮਤਲਬ ਬਦਮਾਸ਼ੀ ਕਰ ਰਿਹਾ ਸੀ ਜੀ। ਇਸ ਬਦਮਾਸ਼ੀ ਨੂੰ ਮੈਂ ਸ਼ਬਦ ਜਾਣ ਕੇ ਯੂਜ਼ ਕਰ ਰਿਹਾ, ਕਈ ਵਾਰ ਲੱਗਦਾ ਵੀ ਇਹੋ ਜਿਹਾ ਸ਼ਬਦ ਨਹੀਂ ਵਰਤਣਾ ਚਾਹੀਦਾ, ਪਰ ਇਹ ਸ਼ਬਦ ਬਿਲਕੁਲ ਇੱਥੇ ਢੁਕਵਾਂ ਬਣਦਾ ਹੈ, ਕਿਉਂਕਿ ਇਸ ਬੰਦੇ ਨੇ ਸਾਡੇ ਦੇਸ਼ ਦੀ, ਸਾਡੇ ਦੇਸ਼ ਦਾ ਮਾਣ ਰੱਖਣ ਵਾਲੀਆਂ ਦੀ, ਅੰਤਰਰਾਸ਼ਟਰੀ ਪੱਧਰ ਦੀਆਂ ਜਿਹੜੀਆਂ ਖਿਡਾਰਨਾਂ ਨੇ, ਕੁਸ਼ਤੀ ਪਹਿਲਵਾਨ ਨੇ, ਜਿਨ੍ਹਾਂ ਨੇ ਮੈਡਲ ਜਿੱਤ ਕੇ ਦੇਸ਼ ਦੀ ਇੱਜ਼ਤ ਵੀ ਵਧਾਈ ਆ। ਹਾਲਾਂਕਿ ਮੈਡਲ ਜਿੱਤਿਆ ਹੋਵੇ ਜਾਂ ਨਾ ਜਿੱਤਿਆ ਹੋਵੇ, ਖਿਡਾਰੀ ਕੋਈ ਹੋਵੇ ਜਾਂ ਨਾ ਹੋਵੇ, ਪਹਿਲਵਾਨ ਹੋਵੇ ਜਾਂ ਨਾ ਹੋਵੇ, ਹਰ ਲੜਕੀ ਦੀ ਇੱਜ਼ਤ, ਹਰ ਔਰਤ ਦੀ ਇੱਜ਼ਤ ਹੈ ਜਿਹੜੀ, ਉਹ ਸਾਡੇ ਵਾਸਤੇ ਬਹੁਤ ਹੀ ਬੇਸ਼ਕੀਮਤੀ ਹੈ, ਤੇ ਉਹਦੀ ਰਾਖੀ ਕਰਨਾ, ਉਹਦਾ ਬਚੇ ਰਹਿਣਾ ਸਮਾਜ ਦੇ ਵਿੱਚ ਜ਼ਰੂਰੀ ਹੈ, ਨਹੀਂ ਤਾਂ ਸਮਾਜ ਨਹੀਂ ਚੱਲੇਗਾ। ਕਿ ਪਰ ਇਹਨਾਂ ਨੇ ਤਾਂ ਦੇਸ਼ ਦੀ ਇੱਜ਼ਤ ਨੂੰ ਹੋਰ ਵੀ ਚਾਰ ਚੰਨ ਲਾਏ ਹੋਏ ਸੀ। ਜੇ ਉਹਨਾਂ ਕੁੜੀਆਂ ਦੀ
ਉਹਨਾਂ ਪਹਿਲਵਾਨਾਂ ਦੀ ਜਿਹੜੇ ਇੱਕ ਸੰਗਠਿਤ ਵੀ ਨੇ, ਜਿਹੜੇ ਕੁਸ਼ਤੀ ਲੜਨ ਵਾਲੀਆਂ ਕੁੜੀਆਂ ਤਕੜੀਆਂ ਵੀ ਹੁੰਦੀਆਂ ਨੇ, ਉਹਨਾਂ ਨੂੰ ਤਾਂ ਪੇਚ ਵੀ ਆਉਂਦੇ ਹੁੰਦੇ ਨੇ। ਤੇ ਜੇ ਉਹਨਾਂ ਦੀ ਅਸਮਤ ਇੱਕ ਇਹੋ ਜਿਹਾ ਬੰਦਾ ਬਦਮਾਸ਼ ਲੁੱਟ ਸਕਦਾ ਹੈ, ਬਾਹੂਬਲੀ ਕਹਿ ਕੇ ਆਪਦੇ ਆਪ ਨੂੰ, ਕਿਉਂਕਿ ਉਹ 5-4 ਸੀਟਾਂ ਦੇ ਉੱਤੇ ਪ੍ਰਭਾਵੀ ਹੈ, ਉਹ MP ਹੈ, ਤੇ ਉਹ ਫਿਰ ਬਾਕੀ ਆਮ ਸਧਾਰਨ ਕੁੜੀਆਂ ਦੀ ਹਾਲਤ ਕੀ ਹੋਏਗੀ? ਵੈਸੇ ਉਹ ਹਾਲਤ ਇਹਨਾਂ ਨੇ UP 'ਚ ਪਹਿਲਾਂ ਹੀ ਦੱਸਤੀ, ਇਹ ਵੀ ਉਧਰੋਂ ਹੀ ਆਉਂਦਾ ਕਿ ਜਦ ਇਹਨਾਂ ਨੇ ਇੱਕ ਲੜਕੀ ਨੂੰ, ਦਲਿਤ ਲੜਕੀ ਨੂੰ ਰੇਪ ਜਿਨ੍ਹਾਂ ਨੇ ਕਰਿਆ, ਉਹਨਾਂ ਦੇ ਗਲਾਂ 'ਚ ਹਾਰ ਪਾਏ। ਉਹ ਲੜਕੀ ਦੇ ਘਰਦਿਆਂ ਨੂੰ ਤਾਂ ਤਕਰੀਬਨ ਪ੍ਰੈਕਟੀਕਲੀ ਤਾਂ ਉਹਦੀ ਲਾਸ਼ ਦੇ ਨੇੜੇ ਬਣੀ, ਰਾਤ ਨੂੰ ਹੀ ਲਾਸ਼ ਛਾੜਤੀ, ਲੋਕਾਂ ਨੂੰ ਉਹਦੇ ਕੋਲ ਜਾਣ ਨਹੀਂ ਦਿੱਤਾ, ਉਹਦੇ ਨਾਲ ਦੁੱਖ ਪ੍ਰਗਟ ਉਸ ਪਰਿਵਾਰ ਦੇ ਨਾਲ ਵੀ ਨਹੀਂ ਕਰਨ ਦਿੱਤਾ, ਰਸਤੇ ਸਾਰੇ ਬੰਦ ਕਰਤੇ ਸੀ। ਇਹ ਸਰਕਾਰ ਦੀ ਸੋਚ ਤਾਂ ਉਸ ਦੇ ਵਿੱਚੋਂ ਨਿਕਲਦੀ ਹੈ, ਇਹਨਾਂ ਸਿਆਸੀ ਲੀਡਰਾਂ ਦੀ। ਇਹ ਵੀ ਸਿਆਸੀ ਲੀਡਰ ਹੀ ਹੈ। ਇਹ ਜਿਹੜੇ ਸਿਆਸੀ ਲੀਡਰ ਨੇ, ਇਹਨਾਂ ਨੇ ਇੱਕ ਤਾਂ ਇਹਨਾਂ ਦੀ ਸੋਚ ਹੀ ਇਹ ਹੈ ਕਿ ਔਰਤ ਜਿਹੜੀ ਹੈ ਉਹ ਤਾਂ ਭੋਗ ਵਿਲਾਸ ਦੀ ਵਸਤੂ ਹੁੰਦੀ ਹੈ, ਤੇ ਔਰਤਾਂ ਨਾਲ ਜੇ ਕੋਈ ਰੇਪ ਹੁੰਦਾ ਹੈ ਜਾਂ ਕੋਈ ਅਸ਼ਲੀਲ ਹਰਕਤ ਹੁੰਦੀ ਹੈ, ਉਹ ਤਾਂ ਹੁੰਦੀ ਹੈ ਕਿ ਉਹ ਤਾਂ ਅੱਧੇ ਕੱਪੜੇ ਪਾਉਂਦੀਆਂ ਨੇ, ਉਹ ਤਾਂ ਬਣ ਠਣ ਕੇ ਬਾਹਰ ਨਿਕਲਦੀਆਂ ਨੇ, ਉਹਨਾਂ ਨੂੰ ਤਾਂ ਪਰਦੇ ਦੇ ਅੰਦਰ ਰਹਿਣਾ ਚਾਹੀਦਾ ਹੈ, ਉਹਨਾਂ ਨੂੰ ਤਾਂ ਘਰ 'ਚ ਬੰਦ ਕਰਕੇ ਰਹਿਣਾ ਚਾਹੀਦਾ। ਇਹੋ ਜਿਹੀ ਸੋਚ ਵਾਲੇ ਜਿਹੜੇ ਘਟੀਆ ਦਕੀਆਨੂਸੀ ਸੋਚ ਵਾਲੇ ਜਿਹੜੇ ਲੋਕ ਨੇ, ਜਗੀਰੂ ਸੋਚ ਵਾਲੇ ਜਿਹੜੇ ਲੋਕ ਨੇ, ਜਿਹੜੇ ਇਨਸਾਨੀਅਤ ਤੋਂ ਗਿਰੀ ਹੋਈ ਸੋਚ ਵਾਲੇ ਲੋਕ ਨੇ, ਉਹ ਲੋਕ ਦੁਖਾਂਤ ਇਹ ਹੈ ਵੀ ਅੱਜ ਸਾਡੇ ਤੇ ਰਾਜ ਕਰਦੇ ਨੇ, ਸਾਡੇ ਨੁਮਾਇੰਦੇ ਨੇ, ਉਹ ਚੁਣੇ ਗਏ ਨੇ। ਔਰ ਪੋਲੀਟੀਕਲ ਪਾਰਟੀਆਂ ਇਹ ਸਮਝਦੀਆਂ ਨੇ ਵੀ ਇਹਦੀਆਂ ਜੇ 4 ਵੋਟਾਂ ਦੇ ਵਾਸਤੇ ਕੋਈ ਪਹਿਲਵਾਨਾਂ ਦੀ ਕੁਰਬਾਨੀ ਕਰਨੀ ਪੈਂਦੀ ਹੈ ਤਾਂ ਕੋਈ ਵੱਡੀ ਗੱਲ ਨਹੀਂ। ਨਹੀਂ ਤਾਂ ਪਹਿਲੀ ਗੱਲ ਉਹ 'ਤੇ FIR ਦਰਜ ਹੋ ਜਾਣੀ ਚਾਹੀਦੀ ਸੀ। ਜੇ ਨਹੀਂ ਹੋਈ ਸੀ, ਕੋਰਟ 'ਚ ਗਏ, ਸੁਪਰੀਮ ਕੋਰਟ ਦੇ ਹੁਕਮ ਨਾਲ ਉਹ ਦਰਜ ਹੋਈ ਹੈ। ਹੁਣ ਬਹਾਨਾ ਲਾਈ ਜਾਂਦੇ ਨੇ ਕਿ ਜੀ ਇਹ ਤਾਂ FIR ਦਰਜ ਹੋ ਗਈ, ਹੁਣ ਜੋ ਹੋਊਗਾ, ਮੈਨੂੰ ਤਾਂ ਬੜਾ ਕੋਰਟ ਦੇ ਉੱਤੇ ਬੜਾ ਵਿਸ਼ਵਾਸ ਹੈ, ਫਲਾਣਾ ਹੈ। FIR ਤਾਂ ਲਖੀਮਪੁਰ ਖੀਰੀ 'ਚ ਵੀ ਦਰਜ ਹੋਈ ਸੀ, ਹਾਲਾਂਕਿ ਸੁਪਰੀਮ ਕੋਰਟ ਦੇ ਕਹਿਣ 'ਤੇ ਹੋਈ ਸੀ, ਔਰ ਹੋਈ ਵੀ ਉਦੋਂ ਸੀ ਜਦ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਦੀ ਦੇਖ ਰੇਖ 'ਚ ਇਨਕੁਆਇਰੀ ਹੋਈ, ਤਾਂ ਇਹ FIR ਦਰਜ ਹੋਈ ਸੀ। ਉਹਦਾ ਆਪਾਂ ਨੂੰ ਪਤਾ ਹੀ ਹੈ, ਉਹਦਾ ਬਾਪ ਵੀ ਤਾਂ ਕਿਸਮ ਦਾ ਜਦ ਰਾਜ ਮੰਤਰੀ ਆ ਕੇਂਦਰ ਦੇ ਵਿੱਚ, ਗ੍ਰਹਿ ਰਾਜ ਮੰਤਰੀ, ਉਹ ਫਿਰ ਜੋ ਚਾਲ ਚੱਲੇਗੀ ਸਾਰੀ ਜਿਹੜੀ ਪੁਲਿਸ ਉਹਦੇ ਤਹਿਤ ਹੈ, ਤੇ ਫਿਰ ਆਪਾਂ ਨੂੰ ਪਤਾ ਹੀ ਹੈ ਇਨਸਾਫ ਕਿੰਨਾ ਕੁ ਮਿਲੇਗਾ। ਸੋ ਇਸ ਕਰਕੇ ਇਸ ਇਨਸਾਫ ਦੀ, ਇਸ ਤੋਂ ਅੱਗੇ ਇੱਕ ਕਹਿਰ ਕਾਫਰੀ, ਸ਼ਾਇਦ ਮੈਂ ਇਸ ਦੇ ਵਿੱਚ ਸਰਕਾਰ ਨੂੰ ਦੋਸ਼ੀ ਫਿਰ ਵੀ ਘੱਟ ਮੰਨਦਾ ਜੇ ਸਰਕਾਰ ਨੇ ਜਿਹੜੇ ਹੋਰ ਕਾਰਜ ਕਰੇ ਨੇ ਇਹਨਾਂ ਪਹਿਲਵਾਨਾਂ ਦੇ ਧਰਨੇ ਮਾਰੇ ਤੋਂ ਬਾਅਦ ਉਹ ਨਾ ਕਰਦੀ। ਇਹਨਾਂ ਨੇ ਪਹਿਲਵਾਨਾਂ ਦੇ ਉੱਤੇ ਬੜਾ ਬੜੀ ਤਰ੍ਹਾਂ ਲਾਠੀਚਾਰਜ ਕਰਿਆ, ਉਹਨਾਂ ਨੂੰ ਕੁੱਟਿਆ ਮਾਰਿਆ, ਉਹਨਾਂ ਦੀ ਖਿੱਚ ਧੂਕ ਰਹੀ ਆ। ਮੈਂ ਆਪ ਉਹ ਵੀਡੀਓ ਦੇਖੀਆਂ ਨੇ ਕਿਵੇਂ ਉਹਨਾਂ ਨੂੰ ਖਿੱਚਿਆ ਜਾ ਰਿਹਾ ਹੈ। ਇਸ ਤਰ੍ਹਾਂ ਜਿਹੜੀਆਂ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਇਹਨਾਂ ਦੀ ਸਮਰਥਨ 'ਚ ਆਈਆਂ ਸੀ, ਉਹਨਾਂ ਦਾ ਬਹੁਤ ਬੁਰਾ ਹਾਲ ਕਰਿਆ। ਜੇ ਇਸ ਤਰ੍ਹਾਂ ਸਰਕਾਰ ਇਹਨਾਂ ਦੇ ਸ਼ਾਂਤਮਈ ਧਰਨੇ ਨੂੰ ਖਦੇੜਨ ਦੇ ਉੱਤੇ ਜ਼ੋਰ ਲਗਾ ਰਹੀ ਹੈ, ਤੇ ਇਹ ਤੋਂ ਪਤਾ ਲੱਗਦਾ ਵੀ ਸਰਕਾਰ ਚਾਹੁੰਦੀ ਹੈ ਕਿ ਔਰਤ ਦੀ ਅਸਮਤ ਲੁੱਟੀ ਜਾਵੇ, ਔਰ ਉਹ ਔਰਤ ਜਿੰਨੀ ਮਰਜ਼ੀ ਤਕੜੀ ਵੀ ਕਿਉਂ ਨਾ ਹੋਵੇ, ਉਹਦੀ ਅਸਮਤ ਲੁੱਟਣਾ ਇਹਨਾਂ ਦਾ ਅਧਿਕਾਰ ਹੈ। ਇਹ ਸਰਕਾਰ ਇਹ ਚਾਹੁੰਦੀ ਹੈ। ਦੂਜਾ ਕੰਮ ਇਹਨਾਂ ਨੇ ਕੀ ਕਰਿਆ? ਦੂਜਾ ਕੰਮ ਇਹ ਕਰਿਆ, ਹਾਂਜੀ ਜੀ 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 ਗਰਗ ਸਾਹਿਬ ਜੀ, ਪੰਜਾਬ ਦੇ ਕਿਸਾਨ, ਹਰਿਆਣੇ ਦੇ ਕਿਸਾਨ, UP ਦੇ ਕਿਸਾਨ, ਇਹਨਾਂ ਪਹਿਲਵਾਨ ਲੜਕੀਆਂ ਦੇ ਜਿਹੜਾ ਸੰਘਰਸ਼ ਹੈ ਉਹਦੇ ਸਮਰਥਨ 'ਚ ਗਏ, ਤਾਂ ਰਸਤੇ ਟਿਕਰੀ ਬਾਰਡਰ ਤੇ, ਸਿੰਘੂ ਬਾਰਡਰ ਤੇ ਉਹਨਾਂ ਨੂੰ ਰੋਕਣ ਦੀ, ਗਾਜੀਪੁਰ ਬਾਰਡਰ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੀ ਗਈ। ਉਹ ਗੱਲ ਵੱਖਰੀ ਆ ਵੀ ਉਹ ਉਹਨਾਂ ਦਾ ਸੰਘਰਸ਼ ਦਾ ਐਡਾ ਵੱਡਾ ਤਜਰਬਾ ਹੈ, ਉਹ ਫੇਰ ਨਾ ਕਿ ਉੱਥੇ ਇੰਨੀਆਂ ਔਰਤਾਂ ਗਈਆਂ ਨੇ ਇਹਨਾਂ ਦੇ ਸੰਘਰਸ਼ 'ਚ ਸਮਰਥਨ ਵਾਸਤੇ। ਇੱਥੇ ਪੰਜਾਬ 'ਚ ਕੱਲ 4 ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦੇ ਸਮਰਥਨ 'ਚ ਧਰਨੇ ਮਾਰੇ ਗਏ ਨੇ ਜੀ। ਹਰਿਆਣੇ 'ਚ ਧਰਨੇ ਮਾਰੇ ਗਏ ਨੇ, ਜਾਖਲ ਦੀਆਂ ਮੇਰੇ ਕੋਲ ਤਸਵੀਰਾਂ ਪਈਆਂ ਨੇ, ਐ ਭਰੀਆਂ ਔਰਤਾਂ ਪੀਲੀਆਂ ਚੁੰਨੀਆਂ ਲਈ ਐਂ ਬੈਠੀਆਂ ਨੇ ਜਿਵੇਂ ਵੀ ਕੋਈ ਗੱਲ ਨਹੀਂ, ਹੁਣ ਫਿਰ ਇਹ ਆਰ ਪਾਰ ਦੀ ਲੜਾਈ ਹੈ। ਕੱਲ ਇੱਥੇ ਚੰਡੀਗੜ੍ਹ 'ਚ ਮਟਕਾ ਚੌਕ ਤੇ ਤਾਂ ਨਹੀਂ ਹੋਣ ਦਿੱਤਾ ਪੁਲਿਸ ਨੇ, ਪਰ 17 ਸੈਕਟਰ 'ਚ ਪਲਾਜ਼ਾ ਦੇ ਵਿੱਚ ਬੁੱਧੀਜੀਵੀਆਂ ਨੇ, ਲੇਖਕਾਂ ਨੇ, ਔਰਤਾਂ ਨੇ, ਜਮਹੂਰੀ ਲੋਕਾਂ ਨੇ, ਵਕੀਲਾਂ ਨੇ ਤੇ ਪੱਤਰਕਾਰਾਂ ਨੇ ਉਹ ਕਾਫੀ ਵੱਡਾ ਮੁਜ਼ਾਹਰਾ ਕਰਿਆ ਹੈ। ਸਮਾਜ ਸੇਵੀਆਂ ਨੇ, ਓਲੰਪੀਅਨ ਵਿੱਚ ਆਏ ਹੋਏ ਨੇ, ਤੇ ਉਹਨਾਂ ਨੇ ਵੱਡਾ ਮੁਜ਼ਾਹਰਾ ਕਰਕੇ ਇੱਥੇ ਇਹ ਦੱਸਣ ਦੀ ਕੋਸ਼ਿਸ਼ ਕਰੀ ਹੈ ਕਿ ਅਸੀਂ ਉਹਨਾਂ ਦੇ ਨਾਲ ਆ। 4:45 ਵਜੇ ਤੋਂ ਲੈ ਕੇ 7 ਵਜੇ ਤੱਕ ਉਹ ਲਗਾਤਾਰ 17 ਸੈਕਟਰ 'ਚ ਪਲਾਜ਼ਾ 'ਚ ਮੁਜ਼ਾਹਰਾ ਹੁੰਦਾ ਰਿਹਾ ਹੈ। ਲਗਾਤਾਰ ਉੱਥੇ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਨੁਮਾਇੰਦੇ ਐਡਰੈਸ ਕਰਦੇ ਰਹੇ ਨੇ, ਔਰ ਇਸ ਸਭ ਤੋਂ ਪਹਿਲਾਂ ਇੱਕ ਵਕੀਲ ਸਾਹਿਬ ਨੇ ਐਡਰੈਸ ਕਰਿਆ ਜਿਨ੍ਹਾਂ ਨੂੰ ਸਾਰਾ ਕਾਨੂੰਨੀ ਮਾਮਲਾ ਪਤਾ ਸੀ। ਸੋ ਮੈਨੂੰ ਐਂ ਲੱਗਦਾ ਹੈ ਵੀ ਇਹ ਜਿਹੜਾ ਅੰਦੋਲਨ ਹੈ, ਇਸ ਅੰਦੋਲਨ ਨੂੰ ਬੇਸ਼ੱਕ ਸਾਰੀਆਂ ਸਿਆਸੀ ਪਾਰਟੀਆਂ ਨੇ ਸਪੋਰਟ ਕਰਿਆ ਹੈ, ਪਰ ਇਸ ਅੰਦੋਲਨ ਨੂੰ ਸਮਾਜ ਸਪੋਰਟ ਕਰ ਰਿਹਾ। ਜਿਹੜਾ ਤੁਸੀਂ ਕਿਹਾ ਹੈ ਖੰਨਾ ਜੀ, 2 ਹਿੱਸਿਆਂ ਦੇ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦੀ, ਇੱਕ ਜੋਕਾਂ ਦੀ।
ਤੁਸੀਂ ਕਿਹਾ ਵੀ ਸਾਨੂੰ ਲੋਕਾਂ ਦੇ ਨਾਲ ਰਹਿਣਾ ਚਾਹੀਦਾ, ਸੱਚੀ ਮੁੱਚੀ ਲੋਕਾਂ ਦੇ ਨਾਲ ਰਹੇ ਹੋਏ ਨੇ ਲੋਕ। ਠੀਕ ਗੱਲ ਹੈ ਤੁਹਾਡੀ ਇਹ। ਉਹ ਲੋਕਾਂ ਦੇ ਨਾਲ ਰਹਿਣ ਕਰਕੇ ਹੀ ਉੱਥੇ ਜਾ ਰਹੇ ਨੇ। ਉਹ ਆਪਣੀਆਂ ਦਿਹਾੜੀਆਂ ਛੱਡ ਕੇ, ਆਪਣਾ ਕਿੱਤਾ ਛੱਡ ਕੇ ਉਹ ਧਰਨੇ ਮਾਰ ਰਹੇ ਨੇ, ਹਰਿਆਣੇ 'ਚ ਵੀ, ਪੰਜਾਬ 'ਚ ਵੀ, ਯੂਪੀ 'ਚ ਵੀ। ਇਹ ਬਹੁਤ ਵੱਡੀ ਗਿਣਤੀ 'ਚ ਮਾਰ ਰਹੇ ਨੇ। ਇੱਕ ਤਾਂ ਇਹ ਹੈ ਵੀ ਲੋਕ ਇਹਨਾਂ ਦੇ ਨਾਲ ਇਸ ਤਰ੍ਹਾਂ ਨੇ। ਦੂਜੀ ਤਰ੍ਹਾਂ ਲੋਕ ਨਾਲ ਆਉਣ ਦਾ ਸਬੂਤ ਕੀ ਹੋਇਆ, ਇਹ ਜਿਹੜੇ ਜੋਕਾਂ ਨੇ ਕੋਸ਼ਿਸ਼ ਇਹ ਕਰੀ ਹੈ ਕਹਿਣ ਦੀ ਵੀ ਇਹ ਤਾਂ ਜਿਹੜਾ ਹੈਗਾ ਝਗੜਾ, ਇਹ ਤਾਂ ਜਾਟਾਂ ਦਾ, ਕਿਉਂਕਿ ਕੁੜੀਆਂ ਜਾਟਾਂ ਦੀਆਂ ਨੇ ਬਹੁਤੀਆਂ। ਇਹਨੂੰ ਜਾਤ ਪਾਤ ਦਾ ਪਹਿਲਾਂ ਤਾਂ ਕਹਿੰਦੇ ਹੁੰਦਾ ਨਾ ਵੀ ਹਿੰਦੂ ਮੁਸਲਮਾਨ ਦਾ ਹੈ। ਹੁਣ ਹਿੰਦੂ ਮੁਸਲਮਾਨ ਦਾ ਤਾਂ ਬਣਾ ਨਹੀਂ ਸਕਦੇ ਸੀ, ਕਿਉਂਕਿ ਜਿਹੜਾ ਅਸਮਤ ਲੁੱਟਣ ਵਾਲਾ ਉਹ ਵੀ ਹਿੰਦੂ, ਜਿਨ੍ਹਾਂ ਦੀ ਲੁੱਟੀ ਗਈ ਹੈ ਉਹ ਵੀ ਹਿੰਦੂ। ਸੋ ਫਿਰ ਇਹਨਾਂ ਨੇ ਬਹਾਨਾ ਬਣਾਇਆ ਹੈ ਕਿ ਜੀ ਇਹ ਤਾਂ ਜੱਟਾਂ ਦਾ ਝਗੜਾ ਹੈ। ਉੱਥੇ ਸਾਰੀਆਂ ਖਾਪ ਪੰਚਾਇਤਾਂ ਆ ਗਈਆਂ, ਪੰਜਾਬ ਦੇ ਲੋਕ ਚਲੇ ਗਏ, ਹਰਿਆਣੇ ਦੇ ਚਲੇ ਗਏ, ਯੂਪੀ ਦੇ ਚਲੇ ਗਏ, ਉੱਥੇ ਟਕੈਤ ਸਾਹਿਬ ਆ ਗਏ, ਉੱਥੇ ਉਗਰਾਹਾਂ ਸਾਹਿਬ ਚਲੇ ਗਏ, ਉੱਥੇ ਰਾਜੇਵਾਲ ਸਾਹਿਬ। ਇਹ ਸਾਰਿਆਂ ਨੇ ਸਾਬਤ ਕਰ ਦਿੱਤਾ ਕਿ ਇਹ ਧਰਨਾ ਜਨ ਦਾ ਧਰਨਾ ਹੈ, ਇਹ ਲੋਕਾਂ ਦਾ ਧਰਨਾ, ਇਹ ਜੋਕਾਂ ਦੇ ਉਲਟ ਹੈ। ਇਹਦੇ 'ਚ ਕੋਈ ਜਾਤ, ਧਰਮ, ਖਿੱਤਾ ਜਾਂ ਬੋਲੀ ਦਾ ਸਵਾਲ ਨਹੀਂ ਹੈ। ਇਹਦੇ 'ਚ ਅਸੀਂ ਲੜਾਂਗੇ। ਤੀਜੀ ਗੱਲ ਜਿਹੜੀ ਦੇਖਣ ਦੀ ਲੋੜ ਹੈ, ਹਾਂਜੀ, ਵੀ ਜਿਹੜੀਆਂ ਜੋਕਾਂ ਨੇ ਉਹ ਕੀ ਕਰਦੀਆਂ ਨੇ। ਬਿਲਕੁਲ, ਇਹਨੇ ਬ੍ਰਿਜ ਭੂਸ਼ਣ ਨੇ ਆਪ ਕਿਹਾ ਕਿ ਜੇ ਇੱਕ ਵੀ ਕੁੜੀ ਬਿਆਨ ਦੇ ਪਬਲਿਕਲੀ ਕਿ ਮੈਂ ਉਹਦੇ ਨਾਲ ਕੋਈ ਅਸ਼ਲੀਲ ਹਰਕਤ ਕਰੀ ਹੈ ਤਾਂ ਮੈਂ ਛੱਡ ਜਾਵਾਂਗਾ ਐਮਪੀਸ਼ਿਪ, ਮੈਂ ਇਹ ਵੀ ਛੱਡ ਜਾਵਾਂਗਾ ਆਪਦਾ ਅਹੁਦਾ ਜਿਹੜਾ। ਜੀ, ਹੁਣ ਤਾਂ 7 ਕੁੜੀਆਂ ਨੇ ਬਿਆਨ ਦੇਤੇ, ਐਫੀਡੈਵਿਟ ਦੇਤੇ, ਉਹਨਾਂ 'ਚ ਨਾਬਾਲਗ ਵੀ ਨੇ, ਫਿਰ ਇਹਨੇ ਛੱਡਿਆ ਕਿਉਂ ਨਹੀਂ? ਇਹਦਾ ਮਤਲਬ ਇਹਦੇ ਮਨ 'ਚ ਕੁਛ ਹੋਰ ਹੈ, ਮੁੱਖ 'ਚ ਕੁਛ ਹੋਰ ਹੈ। ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਾ। ਇਹ ਝੂਠ ਗਲਤ ਬਿਆਨੀ ਕਰਦਾ ਹੈ, ਇਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਾ ਹੈ, ਇਹ ਇਸ ਘੋਲ ਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰਦਾ ਹੈ ਗਲਤ ਬਿਆਨੀਆਂ ਦੇ ਰਾਹੀਂ। ਫਿਰ ਇਸ ਨੇ ਆਖਿਆ ਕਿ ਮੈਨੂੰ ਮੋਦੀ ਸਾਹਿਬ ਤੇ ਅਮਿਤ ਸ਼ਾਹ ਜੀ ਕਹਿ ਦੇਣ ਤਾਂ ਮੈਂ ਛੱਡ ਦਾਂਗਾ। ਇਹਨੂੰ ਡਰ ਪੈ ਗਿਆ ਕਿਤੇ ਕਹਿ ਨਾ ਦੇਣਾ। ਹਾਲਾਂਕਿ ਮੈਨੂੰ ਨਹੀਂ ਯਕੀਨ ਵੀ ਉਹ ਕਹਿ ਦਿੰਦੇ, ਕਿਉਂਕਿ ਉਹਨਾਂ ਦੀ ਤਾਂ ਪਾਰਟੀ ਹੈ, ਉਹ ਐਡੇ ਤਕੜੇ ਲੀਡਰ ਨੇ ਦੋਨੋਂ, ਉਹਨਾਂ ਦੇ ਸਾਹਮਣੇ ਤਾਂ ਪੱਤਾ ਨਹੀਂ ਹਿੱਲ ਸਕਦਾ ਉਹਨਾਂ ਦੀ ਮਰਜ਼ੀ ਤੋਂ ਬਿਨਾਂ। ਪਰ ਫਿਰ ਵੀ ਇਹਨੂੰ ਡਰ ਪੈ ਗਿਆ ਵੀ ਕਿਤੇ ਕਹਿ ਨਾ ਦੇਣ ਕਿਸੇ ਪ੍ਰੈਸ਼ਰ 'ਚ ਆ ਕੇ। ਕਰਨਾਟਕਾ ਦੀ ਚੋਣ ਹੋਣੀ ਸੀ, ਉੱਥੇ ਆਪਾਂ ਨੂੰ ਪਤਾ ਹੈ ਜੋ ਇਹਨਾਂ ਦਾ ਸੁਪਨਾ ਸਾਫ਼ ਹੋਇਆ। ਸੋ ਉਹਦੇ ਵਿੱਚ ਉਹਨੇ ਫਿਰ ਕਹਿਤਾ ਮੈਂ ਨਹੀਂ ਮੰਨਦਾ ਉਹਨਾਂ ਦੀ। ਸੋ ਇਸ ਕਰਕੇ ਇਹ ਜਿਹੜੀ ਇਸਨੇ ਬਦਮਾਸ਼ੀ ਕਰੀ, ਔਰ ਇਹ ਇਸ ਗੱਲ ਦੇ ਉੱਤੇ ਖੱਟਿਆ ਖਾ ਰਿਹਾ ਹੈ ਕਿ ਜਿਹੜੀਆਂ 4-5 ਸੀਟਾਂ ਨੇ, 80 ਸੀਟਾਂ ਨੇ ਯੂਪੀ ਦੀਆਂ 2024 ਦਾ, ਧਿਆਨ ਰੱਖੋ ਮੈਂ ਬਾਹੂਬਲੀ ਹਾਂ, ਮੈਂ ਤੁਹਾਨੂੰ ਜਿੱਤ ਕੇ ਦੇਣੀਆਂ ਨੇ, ਨਹੀਂ ਮੈਂ ਤੁਹਾਨੂੰ ਹਰਾ ਵੀ ਸਕਦਾ। ਉਸ ਦਬਾਅ ਦੇ ਵਿੱਚ ਬੀਜੇਪੀ, ਉਸ ਦਬਾਅ ਦੇ ਵਿੱਚ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਤੇ ਗ੍ਰਹਿ ਮੰਤਰੀ ਜੀ ਕੋਈ ਐਕਸ਼ਨ ਨਹੀਂ ਲੈ ਰਹੇ। ਨਹੀਂ ਤਾਂ ਪਾਸਕੋ ਐਕਟ ਦੇ ਅੰਦਰ ਸਧਾਰਨ ਬੰਦੇ ਨੂੰ ਤਾਂ ਫੜ ਕੇ ਅੰਦਰ ਕਰੀ ਜਾਂਦੇ ਨੇ। ਜੇ ਸੁਖਪਾਲ ਖਹਿਰੇ ਨੇ ਵੀਡੀਓ ਦਿਖਾਈ, ਉਹਨੂੰ ਗਵਰਨਰ ਸਾਹਿਬ ਨੂੰ ਵੀਡੀਓ ਦਿੱਤੀ, ਇਸ ਗੱਲ ਦੇ ਉੱਤੇ ਕੋਈ ਹੋਰ ਤਰੀਕੇ ਨਾਲ ਬਣਾ ਕੇ ਤੇ ਉਹਨੂੰ ਅੰਦਰ ਕਰਨ ਨੂੰ ਫਿਰਦੇ ਨੇ, ਉਹਦੇ ਉੱਤੇ ਕੇਸ ਬਣਾਈ ਜਾ ਰਹੀਆਂ ਨੇ ਸਰਕਾਰਾਂ। ਤਾਂ ਇਹ ਬੰਦਾ ਜਿਹਦੇ ਆਪਦਾ ਬਿਆਨ, ਇਕਬਾਲੀਆ ਬਿਆਨ ਆ ਗਿਆ ਕਿ ਹਾਂ ਮੈਂ ਰੰਗਨ ਚ ਲਿਆ ਤੇ ਉਹਨੇ ਸਹਿਜ ਮਹਿਸੂਸ ਕਰਿਆ ਪੋਸਕੋ ਐਕਟ ਦੇ ਵਿੱਚ। ਉਹਦਾ ਕਾਰਨ ਕੀ ਹੈ? ਮੈਂ ਕਿਉਂ ਕਹਿਣਾ ਇਹ ਖੰਨਾ ਜੀ, ਸਾਨੂੰ ਡਾਕਟਰੀ 'ਚ ਇਹ ਬਿਆਨ ਦੇਣੇ ਪੈਂਦੇ ਨੇ। ਸਾਨੂੰ ਡਾਕਟਰੀ 'ਚ ਜਿਹੜੀਆਂ ਕੁੜੀਆਂ ਦੀ ਅਸਮਤ ਲੁੱਟੀ ਜਾਂਦੀ ਹੈ ਕਿ ਰੇਪ ਦੀ ਡੈਫੀਨੇਸ਼ਨ ਕੀ ਹੈ। ਐਗਜ਼ੈਕਟਲੀ, ਰੇਪ ਦੀ ਡੈਫੀਨੇਸ਼ਨ ਇਹ ਨਹੀਂ ਹੈ ਕਿ ਉਹਦਾ ਸੱਚੀ ਮੁੱਚੀ ਦਾ ਰੇਪ ਹੋਇਆ। ਕਿਸੇ ਔਰਤ ਦੀ ਅਸਮਤ ਨੂੰ ਮੋਡੈਸਟੀ, ਟੱਚਿੰਗ ਦੀ ਮੋਡੈਸਟੀ ਆਫ ਏ ਵੂਮਨ, ਕਿਸੇ ਔਰਤ ਦੀ ਸ਼ਖਸੀਅਤ ਦੇ ਉੱਤੇ ਟਿੱਪਣੀ ਦੇਣੀ ਵੀ ਤੂੰ ਸੋਹਣੀ ਬੜੀ ਲੱਗਦੀ ਹੈ ਤਾਂ ਕੱਪੜੇ ਬੜੇ ਸੋਹਣੇ ਪਾਏ ਨੇ, ਥੋੜੀ ਬਣ ਠਣ ਕੇ ਆਈਆਂ ਅੱਜ ਤਾਂ, ਇਹ ਕਹਿਣਾ ਆਪਣੇ ਆਪ 'ਚ ਉਸ ਐਕਟ ਦੇ ਅੰਦਰ ਕਵਰ ਹੁੰਦਾ ਹੈ। ਬਿਲਕੁਲ ਇੱਦਾਂ ਕਹਿਣਾ ਵੀ, ਕਿਉਂਕਿ ਤੁਸੀਂ ਕੋਈ ਅਸ਼ਲੀਲ ਕਮੈਂਟ, ਅਸ਼ਲੀਲ ਟਿੱਪਣੀ ਵੀ ਨਹੀਂ ਦੇ ਸਕਦੇ। ਬਾਕੀ ਗੱਲਾਂ ਦੀ ਤਾਂ ਗੱਲ ਹੀ ਛੱਡੋ। ਸੋ ਇਸ ਕਰਕੇ ਇਹ ਜਿਹੜਾ ਹੈਗਾ ਇਹ ਦੋਸ਼ੀ ਸਭ ਦੇ ਸਾਹਮਣੇ, ਇਸ ਗੱਲ ਦਾ ਤਾਂ ਹੈਗਾ ਹੀ ਹੈ ਨਾ ਵੀ FIR ਲੌਜ ਹੋ ਗਈ। ਇਹ ਆਪ ਇਕਬਾਲੀਆ ਬਿਆਨ ਹੈ ਇਹਦਾ, ਉਸ ਕਰਕੇ ਇਸ ਨੂੰ ਅੰਦਰ ਪੁਲਿਸ 'ਚ ਕਰਕੇ ਇਸ ਦੀ ਹਿਰਾਸਤ ਦੇ ਵਿੱਚ ਲੈ ਕੇ, ਪੁਲਿਸ ਹਿਰਾਸਤ ਦੇ ਵਿੱਚ ਇਹਦੀ ਪੁੱਛਗਿੱਛ ਹੋਣੀ ਚਾਹੀਦੀ ਹੈ। ਪੁਲਿਸ ਹਿਰਾਸਤ ਤੋਂ ਬਾਹਰ ਰਹਿ ਕੇ ਪੁੱਛਗਿੱਛ ਦਾ, ਚਾਹੇ ਉਹਨੂੰ ਜੁਡੀਸ਼ੀਅਲ ਰਿਮਾਂਡ ਕੱਲ੍ਹ ਨੂੰ ਮਿਲ ਜੇ ਇਸ ਨੂੰ, ਚਾਹੇ ਕੋਈ ਹੋਵੇ, ਉਹਦਾ ਕੋਈ ਫਾਇਦਾ ਨਹੀਂ ਹੋਏਗਾ। ਕਿਉਂਕਿ ਇਹ ਜਿਹੜੇ ਬਾਹੂਬਲੇ ਹੁੰਦੇ ਨੇ, ਇਹਨਾਂ ਦੇ ਸਾਹਮਣੇ ਤਾਂ ਕਿਸੇ ਦਾ ਮੂੰਹ ਖੋਲ੍ਹਣਾ ਹੀ ਔਖਾ ਹੁੰਦਾ। ਇਹ ਤਾਂ ਕੁੜੀਆਂ ਨੂੰ ਮੈਂ ਬਹਾਦਰੀ ਨੂੰ ਦਾਤ ਦਿੰਦਾ ਵੀ ਇਹਨਾਂ ਨੇ ਸਾਰਾ ਕੁਛ ਛੱਡ ਕੇ ਵੀ ਦੇਖੀ ਜੋ ਹੁੰਦਾ। ਹੁਣ ਇਸ ਤੋਂ ਵੱਧ ਜੀਣ ਦਾ ਵੀ ਕੀ ਹੱਦ ਹੈ। ਸੋ ਇਸ ਕਰਕੇ ਉਹਨਾਂ ਨੇ ਇਹ ਧਰਨਾ ਮਾਰਨਾ ਸ਼ੁਰੂ ਕਰਿਆ। ਨਹੀਂ ਤਾਂ ਪਹਿਲਾਂ ਵੀ ਮਾਰਿਆ ਸੀ, ਵਿੱਚ ਵਿਚਾਲੇ ਛੱਡਣਾ ਪਿਆ। ਚਲੋ ਇਹਨਾਂ ਨੇ ਕਿਹਾ ਸੀ ਆਹ ਕਰ ਦਾਂਗੇ, ਉਹ ਕਰ ਦਾਂਗੇ, ਕਰਿਆ ਹੈ ਨਹੀਂ। ਸੋ ਇਹ ਗਲਤ ਬਿਆਨੀ ਕਰਦੇ ਨੇ, ਇਹ ਕੁੜੀਆਂ ਨਾਲ ਜ਼ਿਆਦਤੀ ਕਰ ਰਹੇ ਨੇ ਤੇ ਇਹਨਾਂ ਦੀ ਮਨਸ਼ਾ ਉਹਨਾਂ ਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਲੈ ਕੇ ਜਾਣਾ। ਇਦੋਂ ਕਦੀ ਗੱਲ ਛੱਡੋ,
ਜਿਹੜਾ ਬ੍ਰਿਜ ਭੂਸ਼ਣ ਹੈ ਉਸ ਨੂੰ ਕਾਨੂੰਨ ਦੇ ਦਾਇਰੇ 'ਚ ਵੀ ਲਿਜਾਣ ਨੂੰ ਤਿਆਰ ਨਹੀਂ ਵਿਧੀਵਤ। ਉਹਨੂੰ ਕਹਿੰਦੇ ਹਾਂ ਜੀ ਟਾਲ ਟਪੱਟਾ, ਜਿਹਨੂੰ ਕਹਿੰਦੇ ਆ ਟਾਲ ਮਟੋਲ ਕਰੀ ਜਾ ਰਹੇ ਨੇ ਕਿ ਜੀ ਸੁਪਰੀਮ ਕੋਰਟ ਨੇ ਕਰਤਾ, ਅਸੀਂ ਕਰ ਰਹੇ ਹਾਂ ਜੀ, ਕਾਰਵਾਈ ਹੋ ਰਹੀ ਹੈ ਜੀ, ਹੁਣ ਉਹਦੇ 'ਚ ਐਂ ਹੋਊਗਾ ਜੀ। ਫਿਰ ਇਸ ਨੇ ਇੱਥੋਂ ਤੱਕ ਵੀ ਬਿਆਨ ਦੇਤਾ ਕਿ ਮੈਂ ਤਾਂ ਨਾਰਕੋ ਟੈਸਟ ਵੀ ਨਹੀਂ ਕਰਾਉਣਾ, ਯਾਨੀ ਕਿ ਝੂਠ ਬੋਲਣ ਦੀ ਇੱਕ ਪ੍ਰਵਿਰਤੀ ਹੈ ਜਿਹੜੀ। ਵੈਸੇ ਮੈਨੂੰ ਬਤੌਰ ਡਾਕਟਰ ਜਿਹੜਾ ਮੇਰਾ ਵਾਹ ਪੈਂਦਾ ਰਿਹਾ ਹੈ ਇਹੋ ਜਿਹੇ ਕੇਸਾਂ ਨਾਲ, ਕੋਰਟਾਂ 'ਚ ਮੈਂ ਪਤਾ ਨਹੀਂ ਕਿੰਨੀਆਂ ਗਵਾਹੀਆਂ ਦਿੱਤੀਆਂ ਹੋਣਗੀਆਂ, ਉਹ 'ਚੋਂ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਉਹਨੇ ਕਹਿਤਾ ਵੀ ਮੈਂ ਲਿੰਗਨ 'ਚ ਲਿਆ ਕੁੜੀ ਨੂੰ ਆਪਦੇ ਘਰ ਦੇ ਵਿੱਚ ਤੇ ਉਹ ਸਹਿਜ ਮਹਿਸੂਸ ਕਰੀ ਹੈ, ਇਹ ਆਪਣੇ ਆਪ 'ਚ ਹੀ ਬਹੁਤ ਕਾਫੀ ਸਬੂਤ ਹੈ ਕਿ ਉਹਦੇ ਉੱਤੇ ਕਾਰਵਾਈ ਹੋਵੇ, ਉਹਨੂੰ ਅੰਦਰ ਕਰਿਆ ਜਾਵੇ ਤੇ ਉਹਨੂੰ ਅੰਦਰ ਕਰਕੇ ਉਹਦੀ ਬਾਕੀ ਇੰਟਰੋਗੇਸ਼ਨ ਹੋਵੇ ਵੀ ਤਾਂ ਹੋਰ ਕੀ ਕਰਿਆ, ਤੂੰ ਹੋਰ ਕਿੰਨਾ ਕਿੰਨਾ ਨਾਲ ਕਰਿਆ, ਹੋਰ ਕਿੰਨਾ ਨਾਲ ਕਰਿਆ, ਕਿੰਨੀ ਦੇਰ ਤੋਂ ਕਰਿਆ, ਕਿੰਨੀ ਦੇਰ ਤੋਂ ਤੂੰ ਇਹ ਕਰਤੂਤਾਂ ਕਰਦਾ ਆ ਰਿਹਾ ਹੈ, ਕਿੰਨੇ ਤੇ ਪਹਿਲਵਾਨਾਂ ਨੂੰ ਛੱਡ ਬਾਕੀ ਔਰਤਾਂ ਦੇ ਨਾਲ ਕੀ ਕੁਝ ਕਰਿਆ, ਲੜਕੀਆਂ ਦੇ ਨਾਲ ਕੀ ਕੁਝ ਕਰਿਆ, ਕੀ ਕਿਤੇ ਤੂੰ ਆਪਦੇ ਘਰ 'ਚ ਵੀ ਇਹੀ ਕੁਝ ਤਾਂ ਨਹੀਂ ਕਰਦਾ ਰਿਹਾ? ਕਿਉਂਕਿ ਸਾਡੇ ਸਾਹਮਣੇ ਬਹੁਤ ਸਾਰੇ ਐਸੇ ਕੇਸ ਹੁੰਦੇ ਨੇ ਜਿੱਥੇ ਘਰਾਂ 'ਚ ਵੀ ਕੁੜੀਆਂ ਦੇ ਰੇਪ ਹੁੰਦੇ ਨੇ। ਐਸੀ ਕੋਈ ਗੱਲ ਨਹੀਂ ਹੈ, ਕੁੜੀਆਂ ਔਰਤ ਜਿਹੜੀ ਉਹ ਸਫਰ ਹੈ। ਸੋ ਇਸ ਕਰਕੇ ਇਹਦੀ ਹਰ ਤਰੀਕੇ ਨਾਲ ਪੁੱਛਗਿੱਛ ਦੀ ਲੋੜ ਹੈ ਤਾਂ ਕਿ ਇਹਦਾ ਕੱਚਾ ਚਿੱਠਾ, ਇਹ ਜਿਹੜਾ ਸਮਾਜ ਤੇ ਕਲੰਕ ਹੈ, ਬਿਲਕੁਲ ਕਲੰਕ ਹੈ, ਲੋਕ ਸਮਾਜ ਤੇ ਕਲੰਕ ਨੇ। ਔਰਤ ਜਿਹੜੀ ਉਹ ਜਨਨੀ ਹੈ, ਉਹ ਜਗ ਜਨਨੀ ਹੈ, ਜੋ ਕਿਉ ਬੰਦਾ ਆਖੀਆ ਜਿਤ ਜੰਮੇ ਰਾਜਾਨ। ਮਨ ਕਾ ਸੂਤ ਲੋਭ ਹੈ ਜੇਵਾ ਸੂਤ ਕੂੜ, ਅੱਖੀਂ ਸੂਤਕ ਵੇਖਣਾ ਪਰਚਰਿਆ ਵਰਤਨ ਰੂਪ। ਇਹਨੇ ਅੱਖੀਂ ਦੇਖਣ ਦੀ ਬਜਾਏ ਇਸ ਨੇ ਉਹਨਾਂ ਨੂੰ ਛੁਇਆ ਵੀ ਹੈ, ਇਸ ਨੇ ਉਹਨਾਂ ਨਾਲ ਦੁਸ਼ਕਰਮ ਕਰਨ ਦੀ ਵੀ ਕੋਸ਼ਿਸ਼ ਕਰੀ ਆ। ਉਹ ਗੱਲ ਵੱਖਰੀ ਆ ਵੀ ਉਹ ਬਹਾਦਰ ਸੀਗੀਆਂ, ਉਹਨਾਂ ਨੇ ਉਹ ਦੁਸ਼ਕਰਮ ਨਹੀਂ ਹੋਣ ਦਿੱਤਾ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਇਹਦੀ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਸਰਕਾਰ ਨੂੰ ਵੋਟਾਂ ਦਾ ਖਿਆਲ ਛੱਡ ਕੇ, ਸਰਕਾਰ ਨੂੰ ਇਹਦੀਆਂ 4 ਸੀਟਾਂ ਦਾ ਖਿਆਲ ਛੱਡ ਕੇ, ਬਲਕਿ ਇਦੋਂ ਵੱਧ ਬੇਸ਼ੱਕ ਮਿਲ ਜਾਣ ਸਰਕਾਰ ਨੂੰ ਜੇ ਇਨਸਾਫ ਕਰੇਗੀ, ਕਿਉਂਕਿ ਲੋਕਾਂ ਦੇ ਵਿੱਚ ਇਹ ਵੀ ਜਾਂਦਾ ਹੁੰਦਾ ਹੈ ਜਦ ਕੋਈ ਜ਼ਾਲਮ ਵੀ ਹੋਵੇ, ਚਾਹੇ ਉਹਦੇ ਖਿਲਾਫ, ਜਦ ਕੋਈ ਜ਼ਾਲਮ ਦੇ ਖਿਲਾਫ ਕਾਰਵਾਈ ਕਰਨ ਵਾਲੇ ਨੂੰ ਬਹਾਦਰ ਮੰਨਿਆ ਜਾਂਦਾ ਹੈ, ਉਹਦੇ ਕਈ 100 ਗੁਨਾਹ ਵੀ ਮਾਫ ਕਰ ਦਿੱਤੇ ਜਾਂਦੇ ਨੇ ਵੀ ਚੱਲ ਯਾਰ ਇਹਨੇ ਇਹ ਬਦਮਾਸ਼ ਨੂੰ ਤਾਂ ਹੱਥ ਪਾਇਆ, ਇਹਨੂੰ ਤਾਂ ਦੇਖਿਆ ਬਾਹੂਬਲੀ ਨੂੰ ਤਾਂ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਅੱਜ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਇਸ ਬਾਹੂਬਲੀ ਦੇ ਉੱਤੇ ਕਾਨੂੰਨੀ ਐਕਸ਼ਨ ਲੈਣ ਵਾਸਤੇ ਇਹਨੂੰ ਪਹਿਲਾ ਕੰਮ ਹੈ ਕਿ ਪੁਲਿਸ ਇਹਨੂੰ ਹਿਰਾਸਤ 'ਚ ਲਵੇ। ਇਹਦੀ ਬਜਾਏ ਕੋਈ ਕੁੜੀਆਂ ਦੀ ਕੁੱਟਮਾਰ ਕਰ ਰਹੀ ਹੈ, ਖਿੱਚ ਪਾੜ ਕਰ ਰਹੀ ਹੈ, ਉਹਨਾਂ ਦੇ ਧਨ ਨੂੰ ਖਦੇੜਨ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਉਹਨਾਂ ਦੇ ਸਮਰਥਕਾਂ ਨੂੰ ਜਾਣ ਤੋਂ ਰੋਕ ਰਹੀ ਹੈ। ਪਰ ਇੱਕ ਗੱਲ ਮੈਂ ਕਹਿ ਕੇ ਆਪਦੀ ਗੱਲ ਖਤਮ ਕਰਾਂਗਾ, ਫਿਰ ਤੁਸੀਂ ਸਵਾਲ ਕਰ ਸਕਦੇ ਹੋ। ਉਹ ਇਹ ਵੀ ਕਹਿੰਦੇ ਮੱਛੀ ਸਮੁੰਦਰ ਦਾ ਕਿਨਾਰਾ ਚੱਟ ਕੇ ਮੁੜਦੀ ਹੈ। ਇਹ ਜਿਹੜੀ ਸਰਕਾਰ ਹੈ ਇਹਨੇ ਪਹਿਲਾਂ ਕਿਸਾਨ ਅੰਦੋਲਨ 'ਚ ਵੀ ਇਹੀ ਕੁਛ ਕਰਿਆ ਸੀ। 380 ਦਿਨ ਅੰਦੋਲਨ ਚੱਲਿਆ, ਆਖਰਕਾਰ ਇਹਨਾਂ ਨੂੰ ਵਾਪਸ ਲੈਣਾ ਪਿਆ ਸੀ। ਪਹਿਲਾਂ ਕਹਿੰਦੇ ਅਸੀਂ ਤਾਂ ਮਨਾ ਲਾਂਗੇ 4-4 ਬੰਦਿਆਂ ਦੇ ਵਿੱਚ, 4-4 ਬੰਦਿਆਂ ਦੇ ਵਿੱਚ ਕਹਿੰਦੇ ਸਾਡਾ ਇੱਕ ਵਰਕਰ ਹੈਗਾ, 35 ਕਰੋੜ ਵਰਕਰ ਹੈ ਭਾਰਤ ਦੇ ਵਿੱਚ RSS ਦਾ। ਉਹ ਲੋਕਾਂ ਨੂੰ ਸਮਝਾਏਗਾ, ਕਿਉਂਕਿ ਲੋਕਾਂ ਨੂੰ ਇਹ ਗੱਲ ਦੀ ਸਮਝ ਨਹੀਂ ਆ ਰਹੀ। ਜਦੋਂ ਹੌਲੀ ਹੌਲੀ ਉਹਨਾਂ ਨੇ ਕਿੱਡ ਕੱਢ ਕੇ, ਨੈੱਟ ਬੰਦ ਕਰਕੇ, ਪਾਣੀ 'ਚ ਗੜਬੜ ਕਰਕੇ, ਗੁੰਡੇ ਭੇਜ ਕੇ ਜ਼ੋਰ ਲਾ ਲਿਆ, ਉੱਥੇ ਬੰਦਾ ਮਾਰ ਕੇ ਟੰਗਵਾ ਕੇ, ਅਧਮੋਇਆ ਕਰਕੇ ਟੰਗਵਾ ਕੇ ਜ਼ੋਰ ਲਾ ਲਿਆ। ਲਾਲ ਕਿਲ੍ਹੇ ਦੀ ਘਟਨਾ ਦੇ ਵਿੱਚ ਹੁਣ ਤਾਂ ਸਭ ਦੇ ਸਾਹਮਣੇ ਆ ਗਿਆ ਜੋ ਕੁਝ ਸੀਗਾ, ਉਹ ਹੀਜ ਪਿਆ, ਉਹ ਕਰਾ ਕੇ ਜ਼ੋਰ ਲਾ ਲਿਆ, ਪਰ ਆਖਰਕਾਰ ਉਹ ਵਾਪਸ ਲੈਣਾ ਪਿਆ। ਇਸੇ ਤਰ੍ਹਾਂ ਇਹ ਅੰਦੋਲਨ ਹੁਣ ਭਖਦਾ ਜਾਏਗਾ, ਇਹਦੇ ਵਿੱਚ ਲੋਕ ਹੋਰ ਸ਼ਾਮਲ ਹੁੰਦੇ ਜਾਣਗੇ। ਇਹਦੇ 'ਚ ਬਹੁਤ ਸਾਰੇ ਬੁੱਧੀਜੀਵੀ, ਮੈਂ ਜਿੱਥੇ ਜਿਨ੍ਹਾਂ ਨੂੰ ਮਿਲਦਾ, ਮੈਨੂੰ ਕੋਈ ਮਿਲਿਆ ਨਹੀਂ ਜਿਹਨੇ ਨਹੀਂ, ਆਮ ਤੌਰ 'ਤੇ ਕਹਿੰਦੇ ਕਿਸੇ ਦੂਜੇ ਪੱਖ ਦੀ ਵੀ ਗੱਲ ਕਰਨ ਵੀ ਯਾਰ ਉਹਦਾ ਮਾੜਾ ਮੋਟਾ ਤਾਂ ਐਂ ਹੋਊਗਾ। ਇੱਕ ਵੀ ਬੰਦਾ ਮੈਨੂੰ ਅੱਜ ਤੱਕ ਨਹੀਂ ਮਿਲਿਆ, ਮੈਂ ਪਤਾ ਨਹੀਂ ਕਿੰਨੇ ਦਿਨਾਂ ਤੋਂ ਇਸ 'ਤੇ ਇੰਟਰੈਕਸ਼ਨ ਕਰ ਰਿਹਾ, ਕਰੋ ਵੀ ਗੱਲਬਾਤ ਕਰ ਰਿਹਾ ਲੋਕਾਂ ਦੇ ਨਾਲ, ਜਿਹਨੇ ਇਹ ਕਿਹਾ ਹੋਵੇ ਵੀ ਯਾਰ ਮਾੜਾ ਮੋਟਾ ਉਹ ਵੀ ਠੀਕ ਹੋ ਸਕਦਾ। ਸੋ ਇਸ ਕਰਕੇ ਜੇ ਐਡੀ ਉਹ ਹੈਗਾ, ਐਡਾ ਹੀ ਉਸ ਨੇ ਕਰਿਆ ਹੋਇਆ, ਤਾਂ ਸਰਕਾਰ ਨੂੰ ਇਹ 'ਤੇ ਢਿੱਲ ਨਹੀਂ ਦਿਖਾਉਣੀ ਚਾਹੀਦੀ। ਹਾਂਜੀ ਗਰਗ ਸਾਹਿਬ, ਇਹਦੇ 'ਚ ਇੱਕ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ। ਕਈ ਮੌਕੇ ਆਏ ਜਦੋਂ ਲੋਕਾਂ ਨੇ ਇਹ ਚਾਹਿਆ, ਭਾਰਤ ਦੀ ਜਨਤਾ ਨੇ ਇਹ ਚਾਹਿਆ ਕਿ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਇਸ ਮੁੱਦੇ ਦੇ ਉੱਤੇ ਕੁਝ ਕਹਿਣ। ਮਨ ਕੀ ਬਾਤ ਕਰਦੇ ਨੇ, 100 ਐਪੀਸੋਡ ਮਨ ਕੀ ਬਾਤ ਦੇ ਵੀ ਕੰਪਲੀਟ ਹੋ ਗਏ ਨੇ, ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਵੀ ਉਹਦਾ ਡਾਇਰੈਕਟ ਟੈਲੀਕਾਸਟ ਹੋਇਆ ਹੈ 100ਵੇਂ ਐਪੀਸੋਡ ਦਾ। ਪਰ ਉਹ ਮੁੱਦੇ, ਜਿਨ੍ਹਾਂ ਮੁੱਦਿਆਂ ਦੇ ਉੱਤੇ ਭਾਰਤ ਦੀ ਜਨਤਾ ਚਾਹੁੰਦੀ ਹੈ ਕਿ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਕਹਿਣ, ਬੋਲਣ, ਉਹ ਨਹੀਂ ਬੋਲੇ, ਉਹ ਨਹੀਂ ਕਹਿੰਦੇ। ਇਹ ਚੀਜ਼ ਦੇਖਣ ਵਾਲੀ ਹੈ। ਪਰਿਵਾਰਵਾਦ ਦੀ ਗੱਲ ਹੁੰਦੀ ਹੈ ਕਿ ਹਮੇਸ਼ਾ ਭਾਰਤੀ ਜਨਤਾ ਪਾਰਟੀ ਵੱਲੋਂ ਪਰਿਵਾਰਵਾਦ ਦੀ ਗੱਲ ਕੀਤੀ ਜਾਂਦੀ ਹੈ, ਪਰ ਭਾਰਤੀ ਜਨਤਾ ਪਾਰਟੀ ਦੇ ਅੰਦਰ ਵੀ ਪਰਿਵਾਰਵਾਦ ਮੌਜੂਦ ਹੈ। ਉੱਥੇ ਵੀ ਇਹਨਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਮਿਨਿਸਟਰ ਆਪਣੇ ਪਰਿਵਾਰਾਂ ਦੇ ਬੱਚਿਆਂ ਨੂੰ ਉਹਨਾਂ ਅਹੁਦਿਆਂ 'ਤੇ ਬਿਠਾਉਂਦੇ ਨੇ ਜਿਨ੍ਹਾਂ ਅਹੁਦਿਆਂ ਦੇ ਸ਼ਾਇਦ ਉਹ ਕਾਬਿਲ ਨਹੀਂ, ਕਿਉਂਕਿ ਹੋਰ ਕਈ ਬੰਦੇ ਨੇ ਜੋ ਉਹਨਾਂ ਅਹੁਦਿਆਂ ਦੇ ਕਾਬਿਲ ਨੇ, ਪਰ ਇਹਨਾਂ ਦੇ ਬੱਚਿਆਂ ਨੂੰ ਉਹ ਅਹੁਦੇ ਤਾਂ ਮਿਲ ਜਾਂਦੇ ਨੇ ਕਿਉਂਕਿ ਇਹ ਖੁਦ ਮਿਨਿਸਟਰ ਨੇ, ਖੁਦ ਪਾਵਰ ਵਿੱਚ ਨੇ।
ਇਹ ਵੀ ਗੱਲ ਭਾਰਤ ਦੀ ਜਨਤਾ ਕਹਿੰਦੀ ਹੈ, ਮਾਹਿਰ ਇਹ ਗੱਲ ਵੀ ਮੰਨਦੇ ਨੇ। ਸੋ ਇਹ तमाम ਗੱਲਾਂ ਹੁੰਦੀਆਂ ਨੇ। ਪਰਿਵਾਰਵਾਦ ਦਾ ਵੀ ਇਹਨਾਂ ਦੇ ਉੱਤੇ ਇਲਜ਼ਾਮ ਲੱਗਦਾ ਹੈ ਭਾਰਤੀ ਜਨਤਾ ਪਾਰਟੀ ਦੇ ਉੱਤੇ, ਕਰਪਸ਼ਨ ਦਾ ਵੀ ਇਲਜ਼ਾਮ ਲੱਗਦਾ ਹੈ ਭਾਰਤੀ ਜਨਤਾ ਪਾਰਟੀ ਦੇ ਉੱਤੇ, ਕਿਉਂਕਿ ਕਰਪਸ਼ਨ ਕਰਨਾ ਹਿਊਮਨ ਸਾਈਕੀ ਹੈ, ਇਨਸਾਨ ਦਾ ਸੁਭਾਅ ਹੈ, ਮਨੋਵਿਗਿਆਨ ਹੈ। ਕੋਈ ਵੀ ਬੰਦਾ ਕਰਪਟ ਹੋ ਸਕਦਾ ਹੈ। ਇਹ ਨਹੀਂ ਕਿ ਬੀਜੇਪੀ ਦੇ ਵਿੱਚ ਲੋਕ ਕਰਪਟ ਨਹੀਂ ਹੈਗੇ, ਬੀਜੇਪੀ ਦੇ ਵਿੱਚ ਵੀ ਲੋਕ ਕਰਪਟ ਨੇ। ਸੋ ਆਪਾਂ ਮੇਨ ਗੱਲ ਤੇ ਆਉਂਦੇ ਹਾਂ ਕਿ ਲੋਕ ਚਾਹੁੰਦੇ ਨੇ ਕਿ ਪ੍ਰਾਈਮ ਮਿਨਿਸਟਰ ਸਾਹਿਬ ਬੋਲਣ, ਮਨ ਕੀ ਬਾਤ ਵਿੱਚ ਬੋਲਣ, ਜਾਂ ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਦਾ, ਜਿੱਥੇ ਵੀ ਉਹ ਬੋਲਣਾ ਚਾਹੁੰਦੇ ਨੇ, ਪ੍ਰਾਈਮ ਮਿਨਿਸਟਰ ਨੇ ਕਿਤੇ ਵੀ ਬੋਲ ਸਕਦੇ ਨੇ ਉਹਨਾਂ ਮੁੱਦਿਆਂ ਦੇ ਉੱਤੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਭਾਰਤ ਦੀ ਜਨਤਾ ਚਾਹੁੰਦੀ ਹੈ ਉਹ ਬੋਲਣ। ਪਰ ਪ੍ਰਾਈਮ ਮਿਨਿਸਟਰ ਸਾਹਿਬ ਕੁਝ ਨਹੀਂ ਬੋਲਦੇ। ਕਿਉਂ ਨਹੀਂ ਬੋਲਦੇ ਗਰਗ ਸਾਹਿਬ? ਦੇਖੋ, ਗੱਲ ਇਹ ਹੈ ਵੀ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੀ ਮਨ ਕੀ ਬਾਤ ਕਰਦੇ ਨੇ ਉਹਦੇ ਉੱਤੇ ਜਿਹੜੇ ਅਸਲੀ ਮੁੱਦਾ ਹੈ ਉਹ ਕਦੀ ਵੀ ਨਹੀਂ ਉਹਨਾਂ ਨੇ ਛੋਹਿਆ। ਮਨ ਕੀ ਬਾਤ 'ਚ ਉਹ ਸਿਰਫ ਉਹ ਕਹਿਣਾ ਚਾਹੁੰਦੇ ਨੇ ਜੋ ਉਹ ਕਰਨਾ ਚਾਹੁੰਦੇ ਨੇ ਮੁਲਕ ਨੂੰ। ਉਹ ਜਾਇਜ਼ ਹੈ, ਨਜਾਇਜ਼ ਹੈ, ਉਹ ਠੀਕ ਹੈ, ਗਲਤ ਹੈ, ਉਹ ਦੇਸ਼ ਦੇ ਹੱਕ 'ਚ ਜਾਂਦਾ ਨਹੀਂ ਜਾਂਦਾ, ਉਹਦੇ ਉੱਤੋਂ ਗੱਲ ਨਹੀਂ ਕਰਦੇ। ਮਨ ਕੀ ਬਾਤ 'ਚ ਉਹਨਾਂ ਨੇ ਕਦੀ ਨਹੀਂ ਕਰਿਆ ਵੀ ਨੋਟਬੰਦੀ 'ਚ ਇੰਨੇ ਬੰਦੇ ਮਰ ਗਏ, ਅਸੀਂ ਜਿਹੜੇ 3 ਟੀਚੇ ਕਹੇ ਸੀ ਵੀ ਅਸੀਂ ਬਲੈਕ ਮਨੀ, ਕਾਲਾ ਧਨ ਬੰਦ ਕਰਾਂਗੇ, ਅਸੀਂ ਇਹਦੇ ਨਾਲ ਜਿਹੜਾ ਹੈਗਾ ਝੂਠੇ ਨੋਟ ਨੇ ਜਿਹੜੇ ਉਹ ਬੰਦ ਕਰਾਂਗੇ, ਅਸੀਂ ਇਹਦੇ ਨਾਲ ਜਿਹੜੀਆਂ ਅੱਤਵਾਦੀ ਗਤੀਵਿਧੀਆਂ ਹੋ ਰਹੀਆਂ ਨੇ ਇਸ ਪੈਸੇ ਦੇ ਨਾਲ ਉਹ ਬੰਦ ਕਰਾਂਗੇ। ਉਹ ਤਾਂ ਕੋਈ ਵੀ ਬੰਦ ਨਹੀਂ ਹੋਈ। ਫਿਰ ਉਸ ਤੋਂ ਬਾਅਦ ਕਿਹਾ ਅਸੀਂ ਜੀ ਇਹਦੇ ਨਾਲ ਜਿਹੜੀ ਨਗਦੀ ਦੇ ਨਾਲ ਵਿਹਾਰ ਹੋ ਰਿਹਾ ਉਹ ਬੰਦ ਕਰਾਂਗੇ। ਉਦੋਂ 15 ਲੱਖ ਕਰੋੜ 16 ਲੱਖ ਕਰੋੜ ਨਗਦੀ ਹੁੰਦੀ ਸੀ ਜਾਂ 18 ਲੱਖ ਕਰੋੜ, ਹੁਣ 30 ਲੱਖ ਕਰੋੜ ਦੇ ਕਰੀਬ ਆਈ ਪਈ ਹੈ, 29 ਲੱਖ ਕਰੋੜ। ਸੋ ਜੇ ਨਗਦੀ ਵੀ ਵਧੀ ਹੈ, ਸੋ ਉਹਦੇ ਨਾਲ ਟੈਕਸ ਚੋਰੀ ਹੈ ਜਿਹੜੀ ਉਹਦਾ ਵੀ ਕੋਈ ਅੰਤ ਨਹੀਂ ਹੈ। ਇਹ ਗੱਲ ਵੱਖਰੀ ਹੈ ਵੀ ਟੈਕਸ ਰੇਟ ਹੀ ਵਧੀ ਜਾਂਦਾ ਹੈ ਤਾਂ ਫਿਰ ਕੰਜ਼ੰਪਸ਼ਨ ਵੱਧਦੀ ਹੈ ਤਾਂ ਥੋੜ੍ਹਾ ਬਹੁਤਾ ਤਾਂ ਟੈਕਸ ਕਲੈਕਸ਼ਨ ਵਧਣੀ ਹੈ। ਐਤਕੀ ਵੀ 22-23 ਲੱਖ ਕਰੋੜ ਕਹਿੰਦੇ ਨੇ ਅਸੀਂ ਇਕੱਠਾ ਕਰ ਲੈਣਾ। ਸੋ ਇਹ ਇੱਦਾਂ ਹੀ ਇਹਨਾਂ ਨੇ ਜਿਹੜਾ ਕਰਿਆ ਸੀ, GST ਲਾਇਆ। GST ਦੇ ਵਿੱਚ ਕਿੰਨੀਆਂ ਨੋਟੀਫਿਕੇਸ਼ਨਾਂ ਕਰਨੀਆਂ ਪਈਆਂ। ਅੱਜ ਤੱਕ ਇਹਨਾਂ ਨੇ ਮਹਿਸੂਸ ਨਹੀਂ ਕਰਿਆ, ਮਨ ਕੀ ਬਾਤ ਦੇ ਵਿੱਚ ਦੱਸਿਆ ਨਹੀਂ ਕਿ ਮੈਂ ਲਾਇਆ ਸੀ, ਮੇਰੇ ਮਨ 'ਚ ਆਹ ਸੀਗਾ, ਪਰ ਉਹ ਪੂਰਾ ਨਹੀਂ ਹੋਇਆ ਟੀਚਾ। ਕਿਉਂਕਿ ਮਨ ਕੀ ਬਾਤ ਦਾ ਮਤਲਬ ਇਹ ਨਹੀਂ ਹੁੰਦਾ ਜੋ ਤੁਸੀਂ ਕਰ ਲਿਆ ਮੈਂ ਨਾ ਮੰਨੂ ਹੈ। ਮਨ ਕੀ ਬਾਤ ਇਹ ਹੁੰਦੀ ਹੈ ਕਿ ਤੁਸੀਂ ਕੋਈ ਕੰਮ ਕਰਦੇ ਹੋ, ਉਸ ਤੋਂ ਬਾਅਦ ਤੁਹਾਡੀ ਜਿਹੜੀ ਆਤਮਾ ਹੈ ਉਹ ਤੁਹਾਨੂੰ ਲਾਹਨਤਾਂ ਪਾਉਂਦੀ ਹੈ ਜਾਂ ਤੁਹਾਨੂੰ ਸਿਖਾਉਂਦੀ ਹੈ ਵੀ ਤੁਸੀਂ ਗਲਤ ਕਰ ਬੈਠੇ। ਉਦੋਂ ਫਿਰ ਤੁਸੀਂ ਕਹਿੰਦੇ ਹੋ ਨਹੀਂ ਜੀ ਮੇਰੇ ਤੋਂ ਇਹ ਗਲਤੀ ਹੋ ਗਈ ਹੈ, ਇਹ ਮੇਰੇ ਮਨ ਦੀ ਗੱਲ ਹੈ ਕਿ ਮੈਂ ਲੋਕਾਂ ਦੇ ਸਾਹਮਣੇ, ਇਹਨੂੰ ਅਸੀਂ ਕਹਿੰਦੇ ਹਾਂ ਜਿਹੜਾ ਲੋਕਾਂ ਦੇ ਵਿੱਚ ਜਾ ਕੇ ਪਬਲਿਕਲੀ ਐਡਮਿਟ ਕਰਨਾ। ਲੋਕ ਜਾ ਕੇ ਇਕਬਾਲੀਆ ਬਿਆਨ ਜਿਹਨੂੰ ਕਹਿੰਦੇ ਨੇ, ਲੋਕ ਜਾ ਕੇ ਕੰਧ ਦੇ ਅੱਗੇ ਖੜ ਕੇ ਇਕਬਾਲ ਕਰਦੇ ਨੇ ਵੀ ਮੇਰੇ ਤੋਂ ਗਲਤੀ ਹੋਈ ਹੈ। ਕਈ ਕਿਸੇ ਗੁਰਦੁਆਰੇ, ਮੰਦਰ, ਮਸੀਤਾਂ 'ਚ ਜਾ ਕੇ ਕਰਦੇ ਨੇ, ਕਈ ਲੋਕਾਂ ਦੇ ਵਿੱਚ ਬੈਠ ਕੇ ਕਰਦੇ ਨੇ, ਕਿਸੇ ਸਭਾ ਦੇ ਵਿੱਚ ਕਰਦੇ ਨੇ ਕਿ ਹਾਂ ਜੀ ਮੇਰੇ ਤੋਂ ਇਹ ਗਲਤੀ ਹੋਈ ਸੀ ਤੇ ਮੈਨੂੰ ਇਹਦਾ ਪਛਤਾਵਾ ਹੈ, ਜਿਹਨੂੰ ਆਪਾਂ ਕਹਿੰਦੇ ਪਛਤਾਵਾ। ਔਰ ਪਛਤਾਵਾ ਜਿਹੜਾ ਇਹ ਬੰਦੇ ਦੀ ਅਕਲ ਨੂੰ ਧੋਣ ਦਾ ਕੰਮ ਕਰਦਾ, ਇਹਦੇ ਪਾਪਾਂ ਨੂੰ ਧੋਣ ਦਾ ਕੰਮ ਕਰਦਾ। ਪਰ ਮੈਨੂੰ ਲੱਗਦਾ ਨਹੀਂ ਵੀ ਸਾਡੇ ਪ੍ਰਧਾਨ ਮੰਤਰੀ ਜੀ ਨੇ ਜਿਹੜੇ ਉਹ ਪਛਤਾਵੇ ਦੇ ਵਿੱਚ ਜਾਣ ਦੇ ਆਦੀ ਨੇ। ਉਹ ਇਸ ਗੱਲ ਦੇ ਆਦੀ ਨੇ ਕਿ ਜੋ ਮੈਂ ਕਰਿਆ ਚਾਹੇ ਉਹਦੇ ਨਾਲ ਘਿਓ ਦੇ ਕੜੇ ਮੁੱਦ ਜਾਣ, ਉਹ ਤੀਹੋ ਕਾਲ ਉਲਟ ਨਹੀਂ ਹੋ ਸਕਦਾ ਜਿੰਨਾ ਚਿਰ ਕਿਸਾਨ ਅੰਦੋਲਨ ਦੀ ਤਰ੍ਹਾਂ ਕੋਈ ਮੈਨੂੰ ਇੰਨਾ ਹੀ ਜ਼ਿਆਦਾ ਮਜਬੂਰ ਨਾ ਕਰਦੇ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਹੈ, ਹਾਲਾਂਕਿ ਕੋਈ ਪ੍ਰਧਾਨ ਮੰਤਰੀ ਦੇ ਹੁਕਮ ਜਿਹੜੇ ਨੇ ਰੋਜ਼ ਹੀ ਨਹੀਂ ਬਦਲੇ ਜਾਣੇ ਚਾਹੀਦੇ। ਪ੍ਰਧਾਨ ਮੰਤਰੀ ਸਖਤ ਇਰਾਦੇ ਦਾ ਹੋਣਾ ਜ਼ਰੂਰੀ ਹੈ, ਪਰ ਸਖਤ ਇਰਾਦਾ ਵੀ ਕੋਈ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਵੀ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਰਾਊਂਡ ਪੈਗ ਇਨ ਦੀ ਸਕੁਅਰ ਹੋਲ। ਤੇ ਜੇ ਉੱਥੇ ਵੱਡੀ ਗਲਤੀ ਹੋ ਜਾਏ, ਬੱਜਰ ਗਲਤੀ ਹੋ ਜਾਏ, ਉਹਨੂੰ ਮੰਨਣਾ ਵੀ ਜ਼ਰੂਰੀ ਹੁੰਦਾ ਹੈ। ਮੈਨੂੰ ਲੱਗਦਾ ਵੀ ਸਾਡੇ ਪ੍ਰਧਾਨ ਮੰਤਰੀ ਜੀ ਇਸ ਪੱਖੋਂ ਕਿਤੇ ਨਾ ਕਿਤੇ ਕੋਤਾਹੀ ਕਰ ਰਹੇ ਨੇ, ਕਿਤੇ ਨਾ ਕਿਤੇ ਛੱਡ ਰਹੇ ਨੇ, ਜਿਹੜਾ ਕਿ ਉਹਨਾਂ ਨੂੰ ਇਹ ਤਾਂ ਪਤਾ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਉਹ ਕਿਉਂ ਇਹੋ ਜਿਹਾ ਗੱਲ ਕਰ ਰਹੇ ਨੇ। ਪਰ ਮੈਨੂੰ ਮੋਦੀ ਸਾਹਿਬ ਵਰਗੇ ਜਿਹੜੇ ਇਨਸਾਨ ਤੋਂ ਇਹ ਉਮੀਦ ਨਹੀਂ ਸੀ, ਜਿਹੜੇ ਕਹਿੰਦੇ ਸੀ ਵੀ ਕੋਈ ਗੱਲ ਨਹੀਂ ਮੈਂ ਤਾਂ ਦੇਸ਼ ਨੂੰ ਸਿੱਧੇ ਰਸਤੇ ਲੈ ਕੇ ਜਾਣਾ, ਮੈਂ ਤਾਂ ਝੋਲਾ ਚੁੱਕ ਕੇ ਤੁਰ ਜਾਣਾ, ਮੈਂ ਕਿਹੜਾ ਕੋਈ ਆਪਣੇ ਜਵਾਕਾਂ ਨੂੰ ਹਸਮਾਉਣਾ ਕੁਛ। ਤੇ ਉਹੋ ਜਿਹੇ ਪ੍ਰਧਾਨ ਮੰਤਰੀ ਜਿਹਨੇ ਕੁਛ ਨਾ ਕਰਨਾ ਹੋਵੇ ਦੇ ਆਪਦੇ ਵਾਸਤੇ, ਉਸ ਪ੍ਰਧਾਨ ਮੰਤਰੀ ਨੂੰ ਇਹ ਗੱਲ ਛੇਤੀ ਮੰਨ ਲੈਣੀ ਚਾਹੀਦੀ ਸੀ ਤੇ ਉਹ ਨਹੀਂ ਮੰਨ ਰਹੇ। ਇਹ ਤਾਂ ਉਹਨਾਂ ਦਾ ਮਨ ਹੀ ਜਾਣੇ ਨਾ, ਆਪਾਂ ਉਹਨਾਂ ਦੇ ਮਨ 'ਚ ਤਾਂ ਬੜੇ ਨਹੀਂ ਹੋਏ। ਪਰ ਸਮਾਜਿਕ ਤੌਰ 'ਤੇ ਲੱਗਦਾ ਹੈ, ਸਿਆਸੀ ਤੌਰ 'ਤੇ ਲੱਗਦਾ ਹੈ, ਪ੍ਰਸ਼ਾਸਨਿਕ ਤੌਰ 'ਤੇ ਲੱਗਦਾ ਹੈ, ਨੈਤਿਕ ਤੌਰ 'ਤੇ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਜੀ ਨੂੰ ਇਸ ਗੱਲ ਦੇ ਉੱਤੇ ਮਨ ਕੀ ਬਾਤ, ਤੁਸੀਂ ਠੀਕ ਕਿਹਾ, ਮਨ ਕੀ ਬਾਤ 'ਚ ਗੱਲ ਕਹਿਣੀ ਚਾਹੀਦੀ ਹੈ ਵੀ ਉਹਨਾਂ ਦਾ ਇਹਨਾਂ ਪਹਿਲਵਾਨਾਂ ਪ੍ਰਤੀ ਤੇ ਉਹਦੇ ਮੁਕਾਬਲੇ ਬ੍ਰਿਜ ਭੂਸ਼ਣ ਸਿੰਘ ਪ੍ਰਤੀ ਕੀ ਪਹੁੰਚ ਹੈ, ਇਹ ਪ੍ਰਧਾਨ ਮੰਤਰੀ ਜੀ ਨੂੰ ਜ਼ਰੂਰ ਦੱਸਣੀ ਚਾਹੀਦੀ ਹੈ। ਕਿਉਂਕਿ 4, 10, 20, 50 ਪਹਿਲਵਾਨਾਂ ਦੀ ਗੱਲ ਨਹੀਂ, ਇਹ ਪੂਰੇ ਹੁਣ ਮੁਲਕ ਦੀ ਗੱਲ ਹੈ। ਭਾਰਤ ਦੀਆਂ ਅੱਧੀ ਆਬਾਦੀ 65-66 ਕਰੋੜ ਔਰਤਾਂ ਦੀ ਗੱਲ ਹੈ, ਉਹਨਾਂ ਦੀ ਅਸਮਤ ਦਾ ਸਵਾਲ ਹੈ। ਸੋ ਇਸ ਕਰਕੇ ਇਹ ਪ੍ਰਧਾਨ ਮੰਤਰੀ ਜੀ ਨੂੰ ਜਵਾਬ ਦੇਣਾ ਹੀ ਚਾਹੀਦਾ ਮਨ ਕੀ ਬਾਤ 'ਚ। ਜੀ ਇੱਕ ਫਾਈਨਲ ਵਰਡ ਮੈਂ ਚਾਹਾਂਗਾ ਤੁਹਾਡੇ ਕੋਲੋਂ, ਛੋਟਾ ਜਿਹਾ ਜਵਾਬ, ਕਿ ਅਸੀਂ ਸਾਰੇ ਹੀ ਸੁਣਦੇ ਹਾਂ ਕਿ 2 ਜਾਣੇ ਮਿਲ ਕੇ ਇਸ ਦੇਸ਼ ਨੂੰ ਚਲਾ ਰਹੇ ਨੇ, ਇੱਕ ਪ੍ਰਧਾਨ ਮੰਤਰੀ ਮੋਦੀ ਸਾਹਿਬ,
एक साडे गृह मंत्री अमित शाह साहब, ये दोवें मिल के पूरे देश नूं चला रहे हैं। ये दो ही सारियां शख्सियतां दिखदियां ने हर पासे जो देश नूं चला रही ने, और लोग किते बहुते ज़्यादा खुश नहीं लगते इन्हां दोवां दी कारगुजारी तो, क्योंकि पब्लिक दे विच आम गल्लां हुंदियां ने, सोशल मीडिया के उत्ते आम गल्लां हुंदियां ने। तुहानूं की लगदा है कि जो इन्हां दोवां शख्सियतां दा अक्स उभर के साडे सामने आ रहा है पूरे भारत दे विच, इहदा 2024 ਦੀਆਂ इलैक्शनस ਦੇ ਉੱਤੇ, लोक सभा इलैक्शनस ਦੇ ਉੱਤੇ कोई बुरा प्रभाव पै सकता है जे ये अक्स बुरा उभर के सामने आ रहा लोगों के विच? देखो, लोगों 'ਚ बेचैनी ਤਾਂ ਹੈਗੀ ਹੋਈ ਹੈ, ਤਾਂ ਸੱਚ ਹੈ, ਕਿਉਂਕਿ ਬੇਰੁਜ਼ਗਾਰੀ ਵਧੀ ਹੈ। ਸਾਰੇ ਦੇਸ਼ ਦੀ ਜਿਹੜੀ ਜਾਇਦਾਦ ਹੈ, ਦੌਲਤ ਹੈ, ਚਾਹੇ ਉਹ ਪਹਾੜ ਨੇ, ਚਾਹੇ ਜੰਗਲ ਨੇ, ਚਾਹੇ ਕਾਨਾਂ ਨੇ, ਚਾਹੇ ਸਾਡੇ ਅੰਤਰਿਕਸ਼ ਹੈ, ਚਾਹੇ ਸਮੁੰਦਰ ਹੈ, ਉਹ ਵੇਚ ਦਿੱਤੇ ਨੇ। ਆਲੇ ਦੁਆਲੇ ਦੇ ਗੁਆਂਢੀ ਮੁਲਕਾਂ ਨਾਲ ਅਸੀਂ ਡੰਡਾ ਖੜਕਾਈ ਰੱਖਦੇ ਹਾਂ, ਉੱਥੇ ਵੀ ਕੋਈ ਉਹ ਨਹੀਂ ਹੈ। ਅਸੀਂ ਦੇਸ਼ ਦੇ ਲੋਕਾਂ ਨੂੰ ਆਪਸ ਵਿੱਚ ਇੰਨਾ ਜ਼ਿਆਦਾ ਵੰਡਤਾ, ਜਿਹਦੇ ਨਾਲ ਦੇਸ਼ ਦਾ ਇੱਕ ਰਹਿਣਾ ਵੀ ਔਖਾ ਹੋਇਆ ਪਿਆ ਹੈ। ਰਾਸ਼ਟਰੀ ਏਕਤਾ ਦੇ ਨਾਂ ਦੇ ਉੱਤੇ ਅਸੀਂ ਇੱਕ ਜਹਾਦ ਖੜਾ ਕਰ ਰੱਖਿਆ ਹੈ, ਅਤੇ ਅਸੀਂ ਵਿਗਿਆਨ ਨੂੰ ਪਿੱਛੇ ਧੱਕ ਕੇ ਅਸੀਂ ਪੂਰੇ ਮੱਧਯੁਗੀ ਸੋਚ 'ਚ ਲੈ ਕੇ ਜਾ ਰਹੇ ਹਾਂ। ਟੂਣੇ ਟਾਮਣ ਜੰਤਰ ਮੰਤਰ ਦੇ ਰਾਹੀਂ ਅਸੀਂ ਕਹਿੰਦੇ ਹਾਂ ਵੀ ਤੁਸੀਂ ਮੁਲਕ ਚੱਲੂਗਾ, ਜਦ ਕਿ ਅਸੀਂ ਉਸ 47 ਤੋਂ ਪਹਿਲਾਂ ਦੇ ਭਾਰਤ 'ਚ ਲੈ ਕੇ ਜਾਣ ਦੀ ਤਿਆਰੀ ਕਰ ਰਹੇ ਹਾਂ। ਜਦ ਇੱਥੇ ਸੂਈ ਵੀ ਨਹੀਂ ਬਣਦੀ ਸੀ, ਸੂਈਆਂ ਵੀ ਬਾਹਰੋਂ ਆਉਂਦੀਆਂ ਸੀ, ਛੋਟੀ ਛੋਟੀਆਂ ਘੜੀਆਂ ਬਾਹਰੋਂ ਆਉਂਦੀਆਂ ਸੀ, ਘੰਟੇ ਬਾਹਰੋਂ ਆਉਂਦੇ ਸੀ, ਨਿੱਕੀ ਨਿੱਕੀ ਚੀਜ਼ ਬਾਹਰੋਂ ਮੰਗਾਉਣੀ ਪੈਂਦੀ, ਸਾਈਕਲ ਤੱਕ ਬਾਹਰੋਂ ਆਉਂਦੇ ਸੀਗੇ। ਅਸੀਂ ਉਸ ਪਾਸੇ ਨੂੰ ਲੈ ਕੇ ਜਾਣਾ ਚਾਹੁੰਦੇ ਹਾਂ, ਤਾਂ ਕਿ ਜਿਹੜਾ ਪੱਛਮ ਹੈ ਉਹ ਸਾਡੇ ਪੈਸੇ ਦੀ ਵਰਤੋਂ ਕਰੇ, ਅਸੀਂ ਉੱਥੋਂ ਸਮਾਨ ਮੰਗਾਈਏ, ਉਹਨਾਂ ਦੀ ਮੰਡੀ ਵੱਡੀ ਹੋਵੇ। ਅਤੇ ਉਹਨਾਂ ਨੂੰ ਅਮਰੀਕਾ ਦੀ ਟੋਟਲ 33 ਕਰੋੜ ਦੀ ਆਬਾਦੀ ਹੈ, ਸਾਡੇ 33 ਕਰੋੜ ਬੰਦਾ ਐਸਾ ਹੈਗਾ ਜਿਹੜਾ ਅਮਰੀਕਾ ਦਾ ਸਮਾਨ ਖਰੀਦ ਸਕਦਾ। ਸੋ ਮੈਨੂੰ ਐਂ ਲੱਗਦਾ ਪ੍ਰਧਾਨ ਮੰਤਰੀ ਜੀ ਇਹ ਉਸ ਪਾਸੇ ਨੂੰ ਤੁਰੇ ਹੋਏ ਨੇ, ਅਤੇ ਜਦ ਇਹ ਉਸ ਪਾਸੇ ਨੂੰ ਤੁਰੇ ਹੋਏ ਨੇ ਤਾਂ ਫਿਰ ਲੋਕਾਂ ਦੇ ਵਿੱਚ ਬੇਚੈਨੀ ਤਾਂ ਹੈਗੀ ਹੋਈ ਹੈ। ਪ੍ਰਧਾਨ ਮੰਤਰੀ ਜੀ ਨੂੰ ਉਮੀਦ ਹੈ ਕਿ ਸ਼ਾਇਦ ਮੈਂ ਲੋਕਾਂ ਨੂੰ ਵੰਡ ਕੇ ਹਿੰਦੂਵਾਦ ਦੇ ਨਾਂ 'ਤੇ, ਆ ਪੰਜਾਬ 'ਚ ਜਿਹੜਾ ਜੋ ਕੁਛ ਹੋ ਰਿਹਾ ਹੈ, ਜਿੰਨੀਆਂ ਕਾਰਵਾਈਆਂ ਤੋੜਬੰਦ ਨੇ, ਉਹ ਇਸੇ ਵਾਸਤੇ ਹੋ ਰਹੀਆਂ ਵੀ ਇਹ ਦਿਖਾਉਣਾ ਵੀ ਤਾਂ ਖਾਲਿਸਤਾਨੀ ਨੇ, ਇਹ ਤਾਂ ਦੇਸ਼ ਨੂੰ, ਰਾਸ਼ਟਰ ਨੂੰ ਵੰਡਣਾ ਚਾਹੁੰਦੇ ਨੇ। ਇਹੋ ਜਿਹੀਆਂ ਗਤੀਵਿਧੀਆਂ ਕਰਕੇ ਵੀ ਸ਼ਾਇਦ ਮੈਂ ਫਿਰ ਜਿੱਤ ਜਾਂ, ਪਰ ਜਿਹੜੇ ਆਸਾਰ ਨੇ ਉਹ ਨਜ਼ਰ ਇਹ ਆ ਰਹੇ ਨੇ ਵੀ ਹੁਣ ਪ੍ਰਧਾਨ ਮੰਤਰੀ ਜੀ ਦੀ ਜਿਹੜੀ ਸਾਖ ਹੈ ਉਹ ਵੈਸੇ ਤਾਂ 19 'ਚ ਵੀ ਕਾਫੀ ਥੱਲੇ ਗਈ ਹੋਈ ਸੀ, ਹੁਣ ਹੋਰ ਜ਼ਿਆਦਾ ਥੱਲੇ ਚਲੀ ਗਈ ਹੈ। ਪਰ ਉਹਨਾਂ ਨੂੰ ਆਪਦਾ ਦੂਜਾ ਪਾਸਾ ਜਿਹੜਾ ਉਹਦੇ ਉੱਤੇ ਜ਼ਿਆਦਾ ਉਮੀਦ ਹੈ, ਅਤੇ ਉਸ ਉਮੀਦ ਦਾ ਤਾਂ ਹੁਣ 24  'ਚ ਹੀ ਪਤਾ ਲੱਗੂ ਆਪਾਂ ਨੂੰ। ਵੀ ਆ ਕਰਨਾਟਕਾ 'ਚ ਤਾਂ ਪਤਾ ਲੱਗ ਹੀ ਗਿਆ ਵੀ ਜੋ ਕੁਛ ਹੋਇਆ। ਜਲੰਧਰ ਦੇ ਵਿੱਚ ਵੀ ਇਹਨਾਂ ਨੂੰ ਜਿੰਨੀ ਕੋਈ ਕਹਿੰਦੇ ਨੇ ਸਾਡੀ 7-8 ਹਜ਼ਾਰ ਵੋਟ ਵਧੀ ਹੈ, ਪਰ ਉਹ 7-8 ਹਜ਼ਾਰ 10 ਹਜ਼ਾਰ ਵੋਟ ਵਧਣ ਦਾ ਕੋਈ ਬਹੁਤਾ ਵੱਡਾ ਮੀਨਿੰਗ ਨਹੀਂ ਹੁੰਦਾ, ਕਿਉਂਕਿ ਉਹ ਜਿਹੇ ਕਈ ਕਾਂਗਰਸੀ ਟੁੱਟ ਕੇ ਇਹਨਾਂ ਨਾਲ ਗਏ ਨੇ। ਜੋ ਤੁਸੀਂ ਪਹਿਲਾਂ ਕਿਹਾ ਵੀ ਜਿਹੜਾ ਇਹਨਾਂ ਕੋਲ ਜਾ ਰਹਿੰਦਾ ਉਹ ਦੁੱਧ ਤੋਂ ਤਾਂ ਬਣ ਜਾਂਦਾ ਹੈ, ਅਤੇ ਜਿਹੜਾ ਇਹਨਾਂ ਦੇ ਬਾਹਰ ਹੁੰਦਾ ਹੈ ਉਹਦੇ ਉੱਤੇ ਈਡੀ ਆ ਜਾਂਦੀ ਹੈ। ਸੋ ਇਹੋ ਜਿਹਾ ਗੱਲ ਵੀ ਜਿਹੜਾ ਹੈਗਾ ਦੋਗਲਾਪਨ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਵੀ ਸਾਡੇ ਸਾਹਮਣੇ ਆ ਰਿਹਾ ਹੈ ਵੀ ਇਮਾਨਦਾਰ ਕਿਹਨੂੰ ਕਹਿਣਾ, ਬੇਈਮਾਨ ਕਿਹਨੂੰ ਕਹਿਣਾ। ਪਰਿਵਾਰਵਾਦ ਤੁਸੀਂ ਕਿਹਾ, ਪਰਿਵਾਰਵਾਦ ਵੀ ਇਹ ਪਾਲ ਰਹੇ ਨੇ। ਇੱਕ ਪਰਿਵਾਰਵਾਦ ਹੁੰਦਾ ਵੀ ਆਪਦੇ ਜਵਾਕ ਪਾਲਣਾ, ਇਹਨਾਂ ਦਾ ਆਪਦਾ ਜਵਾਕ ਨਾ ਹੋਵੇ, ਹਾਲਾਂਕਿ ਇਹਨਾਂ ਦੀ ਪਾਰਟੀ 'ਚ ਬਥੇਰੇ ਨੇ, ਪਰ ਦੂਜਾ ਪਰਿਵਾਰਵਾਦ ਵੀ ਇਹ ਪਾਲ ਰਹੇ ਨੇ, ਉਹ ਇਹ ਹੈ ਹਿੰਦੂਵਾਦ ਦਾ, ਜਿਹੜਾ ਬ੍ਰਾਹਮਣਵਾਦ ਦਾ ਜਿਹੜਾ ਹੈਗਾ ਉਹ ਵੀ ਆਪਦੇ ਵੱਲੋਂ ਕੋਸ਼ਿਸ਼ ਕਰ ਰਹੇ ਨੇ। ਭਾਵੇਂ ਕਿ ਬਹੁਤੇ ਜਿਹੜੇ ਹਿੰਦੂ ਨੇ ਇਹਨਾਂ ਦੇ ਰਾਜ 'ਚ ਉਹਨਾਂ ਦਾ ਵਪਾਰ ਵੀ ਖਤਮ ਹੋਇਆ, ਉਹਨਾਂ ਦੀ ਰੋਟੀ ਵੀ ਖੋਹੀ ਗਈ ਹੈ, ਉਹਨਾਂ ਦੇ ਰੁਜ਼ਗਾਰ ਵੀ ਖੋਹੇ ਗਏ ਨੇ, ਅਤੇ ਉਹ ਕਰੋਨਾ ਦੇ ਵਿੱਚ ਮਰੇ ਵੀ ਬਹੁਤ ਜ਼ਿਆਦਾ ਨੇ ਜਿਹੜੇ ਆ ਮਜ਼ਦੂਰ ਤੁਰੇ ਜਾਂਦੇ ਸੀ ਹੈ। ਜਿਹੜੀ ਬੱਚੀ ਆਪਦੀ ਮਾਂ ਦੀ ਮਰੀ ਪਈ ਦੀ ਚਾਦਰ ਨੂੰ ਖਿੱਚ ਰਹੀ ਹੈ ਉਹ ਬੱਚੀ ਹਿੰਦੂ ਹੈ। ਜਿਹੜੀ ਬੱਚੀ ਸਾਈਕਲ 'ਤੇ 1200 ਕਿਲੋਮੀਟਰ ਆਪਦੇ ਬਾਪ ਨੂੰ ਖਿੱਚ ਕੇ ਲੈ ਕੇ ਜਾਂਦੀ ਹੈ ਉਹ ਵੀ ਬੱਚੀ ਹਿੰਦੂ ਹੀ ਹੈ, ਅਤੇ ਜਿਹੜੇ ਲਾਈਨਾਂ 'ਚ ਖੜ੍ਹ ਕੇ ਮਰ ਗਏ ਉਹ ਵੀ ਹਿੰਦੂ ਹੀ ਸੀਗੇ। ਸੋ ਇਸ ਕਰਕੇ ਇਹ ਗੱਲ ਤਾਂ ਇਹਨਾਂ ਨੂੰ, ਈਵਨ ਗੁਜਰਾਤ ਦੇ ਵਿੱਚ ਇੰਨੇ ਜ਼ਿਆਦਾ ਜਿੰਨੇ ਇਹਨਾਂ ਨੇ ਮੌਤਾਂ ਦਿਖਾਈਆਂ, ਉਦੋਂ ਕਈ ਗੁਣਾ ਮੌਤਾਂ ਪੱਤਰਕਾਰਾਂ ਨੇ ਕੱਢ ਕੇ ਦਿਖਾਤੀਆਂ ਸ਼ਮਸ਼ਾਨ ਘਾਟਾਂ ਤੋਂ ਲਿਸਟਾਂ ਲੈ ਕੇ। ਸੋ ਇਹ ਸਾਰਾ ਕੁਛ ਇਹਨਾਂ ਨੂੰ ਭੁਲੇਖਾ ਹੈ ਅਸੀਂ ਹਿੰਦੂਵਾਦ 'ਤੇ ਜਿੱਤ ਲਾਂਗੇ, ਪਰ ਮੈਨੂੰ ਲੱਗਦਾ ਵੀ ਇਹਨਾਂ ਦਾ ਉਹ ਜਿਹੜਾ ਕਾਰਡ ਹੈ, ਜਿਹੜਾ ਇਹਨਾਂ ਦਾ ਇਹ ਤਰੁਪ ਹੈ, ਉਹ ਹੁਣ ਫੇਲ ਹੋ ਰਿਹਾ ਜੀ। ਔਰ ਅਸੀਂ ਇਸੇ ਨਿਸ਼ਕਰਸ਼ 'ਤੇ ਪਹੁੰਚਦੇ ਹਾਂ ਕਿ ਜੇ ਲੋਕਾਂ ਦੇ ਮਨ ਦੇ ਉੱਤੇ ਬੀਜੇਪੀ ਦੇ ਅਕਸ ਨੂੰ ਲੈ ਕੇ ਮਾੜਾ ਪ੍ਰਭਾਵ ਪੈ ਰਿਹਾ ਹੈ ਤਾਂ ਬੀਜੇਪੀ ਦੀਆਂ ਜਿਹੜੀਆਂ ਪਾਵਰਫੁਲ ਸ਼ਖਸੀਅਤ ਨੇ ਬੈਠੀਆਂ ਹੋਈਆਂ, ਔਰ ਉਹਨਾਂ ਨੂੰ ਇਸ ਦੇ ਉੱਤੇ ਧਿਆਨ ਦੇਣਾ ਚਾਹੀਦਾ ਜੇ 2024 ਦੀਆਂ ਇਲੈਕਸ਼ਨਸ ਦੇ ਵਿੱਚ ਉਹ ਆਪਣੇ ਵਾਸਤੇ ਵਧੀਆ ਰਿਜ਼ਲਟਸ ਚਾਹੁੰਦੇ ਨੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਗਰਗ ਸਾਹਿਬ, ਤੁਸੀਂ ਇਸ ਵਿਸ਼ੇ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ। ਅਸੀਂ ਹੋਰ ਵਿਸ਼ੇ ਲੈ ਕੇ ਤੁਹਾਡੇ ਤੱਕ ਪਹੁੰਚ ਕਰਦੇ ਰਵਾਂਗੇ। ਥੈਂਕ ਯੂ ਸੋ ਮਚ ਗਰਗ ਸਾਹਿਬ। ਥੈਂਕ ਯੂ ਜੀ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।